ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਵਿਚਾਰ ਨਾਲ ਸਾਂਝ ਪਾਈਏ। ਪਾਵਨ ਬਚਨਾਂ ਦੀ ਵਿਚਾਰ ਨਾਲ ਸਾਂਝ ਪਾਉਣ ਤੋਂ ਪਹਿਲਾਂ ਆਪ ਸਭ ਮਾਈ ਪਾਈਏ। ਮਨਾਂ ਨੂੰ ਗੁਰਚਰਨਾਂ ਦੇ ਵਿੱਚ ਇਕਾਗਰਤ ਕਰੋ। ਸੁਰਤੀਆਂ ਨੂੰ ਗੁਰ ਸ਼ਬਦ ਨਾਲ ਜੋੜੋ। ਕਬੀਰ ਏਕ ਕੜੀ ਆਦਿ ਕਰੀ ਆਦਿ ਹੂੰ ਤੇ ਆਦ। ਭਗਤਨ ਸੇਤੀ ਗੋਸਟੇ ਜੋ ਕੀਨੇ ਸੋ ਲਾਭ ਦੇ ਮਹਾਂਵਾਕ ਅਨੁਸਾਰ। ਜਿਤਨਾ ਵੀ ਸਮਾਂ ਗੁਰ ਸ਼ਬਦ ਦੀ ਵਿਚਾਰ ਨਾਲ ਸਾਂਝ ਪੈ ਸਕੇ, ਇਹ ਵਿਚਾਰ ਸਾਡੇ ਜੀਵਨ ਨੂੰ ਉਲਾਭ ਬਚਾ ਸਕੇ। ਸਾਹਿਬ ਜੀ ਦੀ ਅਸੀਸ ਹਾਸਲ ਕਰਨ ਹਿੱਤ ਬੜੇ ਹੀ ਪਿਆਰ ਅਦਬ ਸਹਿਤ ਰਸ ਭਿੰਨੀ ਆਵਾਜ਼ ਵਿੱਚ ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਚੌਥੇ ਗੁਰਦੇਵ ਜੀ ਦੇ ਪਾਵਨ ਮੁਖਾਰਬਿੰਦ ਤੋਂ ਉਚਾਰਨ ਅੱਜ ਦੇ ਇਲਾਹੀ ਅੰਮ੍ਰਿਤਮਈ ਬਚਨ ਧਨਾਸਰੀ ਰਾਗ ਦੇ ਅੰਦਰ ਛੰਦਾਂ ਦੇ ਰੂਪ ਦੇ ਵਿੱਚ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਗ 690 ਉੱਪਰ ਸੁਸ਼ੋਭਿਤ ਹਨ। ਸ਼ਬਦ ਦੇ ਪੰਜਵੇਂ ਛੰਦ ਦੀ ਅੱਜ ਇਹ ਵਿਚਾਰ ਆਰੰਭ ਹੈ ਤੇ ਕੱਲ ਤੋਂ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਮੁਖਾਰਬਿੰਦ ਤੋਂ ਉਚਾਰਨ 4 ਛੰਦਾਂ ਵਾਲਾ ਸ਼ਬਦ ਆਰੰਭ ਹੋਏਗਾ ਔਰ ਇੱਕ ਹੀ ਸ਼ਬਦ ਹੈ। ਉਪਰੰਤ ਫਿਰ ਭਗਤ ਬਾਣੀ ਭਗਤ ਕਬੀਰ ਜੀ ਦੀ ਬਾਣੀ ਤੋਂ ਆਰੰਭ ਹੋ ਜਾਏਗੀ। ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਨੇ ਅੱਜ ਸਾਡੇ ਜੀਵਾਂ ਤੇ ਮਿਹਰਮਤ ਕੀਤੀ ਕਿ ਪ੍ਰਭੂ ਆਪ ਕਿਰਪਾ ਕਰਕੇ ਜੀਵ ਨੂੰ ਆਪਣੇ ਚ ਭਗਤ ਨੂੰ ਆਪਣੇ ਚ ਮਿਲਾ ਲੈਂਦਾ ਹੈ ਤੇ ਜਿਹਨੂੰ ਉਹ ਆਪਣੇ ਵਿੱਚ ਮਿਲਾ ਲੈਂਦਾ ਹੈ ਉਹ ਪਰਮੇਸ਼ਰ ਜੀ ਦੇ ਮਹਿਲ ਨੂੰ ਪ੍ਰਾਪਤ ਕਰ ਲੈਂਦਾ ਹੈ। ਪ੍ਰਭੂ ਦਾ ਉਹ ਸੇਵਕ ਹੱਥ ਜੋੜ ਕੇ ਰੱਬੀ ਰਜ਼ਾ ਦੇ ਵਿੱਚ ਪ੍ਰਵਾਨ ਹੋ ਜਾਂਦਾ ਹੈ। ਨਿਮਰਤਾ ਦੇ ਵਿੱਚ ਮਾਲਕ ਦੇ ਦਰ ਤੇ ਪ੍ਰਵਾਨ ਹੁੰਦਾ ਹੈ ਤੇ ਪ੍ਰਭੂ ਨੂੰ ਪਾ ਜਾਂਦਾ ਹੈ। ਸਤਿਗੁਰੂ ਜੀ ਦੇ ਬਚਨ ਕਰ ਕਿਰਪਾ ਲਿਹੋ ਮਿਲਾਏ ਮਹਿਲ ਹਰ ਪਾਇਆ ਜੀਓ ਸਦਾ ਰਹਿ ਕਰ ਜੋੜ ਪ੍ਰਭ ਮਨ ਪਾਇਆ ਜੀਓ। ਕਰ ਕਿਰਪਾ ਲਿਹੋ ਮਿਲਾਏ ਮਹਿਲ ਹਰ ਪਾਇਆ ਜੀਓ। हे ਪ੍ਰਭੂ ਜਿਹਨੂੰ ਤੁਸੀਂ ਕਿਰਪਾ ਕਰਕੇ ਮਿਲਾ ਲੈਂਦੇ ਹੋ ਉਹੀ ਹਰੀ ਦਾ ਮਹਿਲ ਪ੍ਰਾਪਤ ਕਰਦਾ ਹੈ। ਜਿਹਨੂੰ ਤੁਸੀਂ ਕਿਰਪਾ ਕਰਕੇ ਮਿਲਾ ਲਓ ਉਹੀ ਹੈ ਪ੍ਰਭੂ ਤੁਹਾਡੇ ਦਰ ਪ੍ਰਵਾਨ ਚੜਦਾ ਹੈ ਤੇ ਜਿਹੜਾ ਪ੍ਰਵਾਨ ਚੜਦਾ ਹੈ ਸਦਾ ਰਹਿ ਕਰ ਜੋੜ। ਉਹ ਫਿਰ ਸੇਵਕ ਸਦਾ ਹੱਥ ਜੋੜ ਤੇਰੇ ਦਰਬਾਰ ਵਿੱਚ ਨਿਮਰਤਾ ਨਾਲ ਖਲੋਂਦਾ ਹੈ। ਸਦਾ ਰਹਿ ਕਰ ਜੋੜ ਕਰ ਮੈਨੇ ਹੱਥ ਜੋੜ ਮੈਨੇ ਜੋੜ ਕੇ ਉਹ ਸਦਾ ਹੀ ਹੱਥ ਜੋੜ ਕੇ ਖੜਾ ਹੈ। ਪ੍ਰਭ ਮਨ ਪਾਇਆ ਜੀਓ ਪ੍ਰਭੂ ਉਹਦੇ ਮਨ ਨੂੰ ਚੰਗਾ ਲੱਗਣ ਲੱਗ ਜਾਂਦਾ ਹੈ। ਸਤਮੁੱਚ ਜਦੋਂ ਕੋਈ ਹੱਥ ਜੋੜ ਨਿਮਰਤਾ ਦੇ ਨਾਲ ਮਾਲਕ ਦੇ ਦਰਵਾਜ਼ੇ ਖਲੋ ਜਾਏ ਉਦੋਂ ਹੀ ਮਾਲਕ ਦੇ ਦਰ ਸ਼ਰਨ ਮਿਲਦੀ ਹੈ। ਥਾਂ ਹੀ ਉਦੋਂ ਮਿਲਦੀ ਹੈ ਜਦੋਂ ਕਿ ਨਿਮਰਤਾ ਵਿੱਚ ਆ ਕੇ ਝੁਕ ਜਾਏ। ਜੀਵਨ ਦੇ ਵਿੱਚ ਪ੍ਰਭੂ ਨੂੰ ਪਾਉਣ ਦਾ ਇੱਕ ਤਰੀਕਾ ਹੈ ਨਿਮਰਤਾ। ਨਿਮਰਤਾ ਵਿੱਚ ਝੁਕ ਜਾਣਾ, ਆਪਣੀ ਹਉ ਆਪਣੇ ਅਹੰਕਾਰ ਦਾ ਤਿਆਗ ਕਰ ਦੇਣਾ। ਕਿਉਂਕਿ ਪ੍ਰਭੂ ਅਤ ਸੂਖਮ ਹੈ। ਉਹ ਇੰਨਾ ਸੂਖਮ ਹੈ ਕਿ ਜ਼ਰੇ ਜ਼ਰੇ ਕਣ ਕਣ ਵਿੱਚ ਵਿਦਮਾਨ ਹੈ। ਬਹੁਤ ਸੂਖਮ ਹੈ। ਵਿਰਾਟ ਰੂਪ ਤੇ ਕਾਇਨਾਤ ਵਿੱਚ ਫੈਲਿਆ ਹੀ ਹੋਇਆ ਹੈ ਪਰ ਸੂਖਮ ਰੂਪ ਉਹ ਇਸ ਕਰਕੇ ਹੈ ਕਿ ਸਰਗੁਣ ਰੂਪ ਵਿਰਾਟ ਨਜ਼ਰ ਆਉਂਦਾ ਹੈ ਪਰ ਉਹਦਾ ਨਿਰਗੁਣ ਰੂਪ ਸੂਖਮ ਹੈ। ਇਸ ਕਰਕੇ ਉਹ ਸੂਖਮ ਹੈ। ਸਰਗੁਣ ਰੂਪ ਵਿਰਾਟ ਹੈ ਨਜ਼ਰ ਆਉਂਦਾ ਹੈ। ਇੱਕ ਛੋਟਾ ਜਿਹਾ ਰੇਤ ਦਾ ਕਣ ਉਹ ਵੀ ਨਜ਼ਰ ਆਉਂਦਾ ਹੈ ਉਹ ਵੀ ਵਿਰਾਟ ਮੰਨਿਆ ਜਾਏਗਾ ਪਰ ਰੇਤ ਦੇ ਕਣ ਦੇ ਅੰਦਰ ਉਸ ਪ੍ਰਭੂ ਦੀ ਜੋਤ ਇੰਨੀ ਸੂਖਮ ਹੈ ਉਹ ਕਿਸੇ ਮਾਈਕਰੋਸਕੋਪ ਨਾਲ ਵੀ ਨਜ਼ਰ ਨਹੀਂ ਆਉਂਦੀ। ਇਸ ਕਰਕੇ ਉਹਦਾ ਨਿਰਗੁਣ ਰੂਪ ਬੜਾ ਸੂਖਮ ਹੈ। ਸਰਗੁਣ ਸਥੂਲ ਹੈ ਔਰ ਸਰਗੁਣ ਵਿਰਾਟ ਹੈ।
ਚਾਹੇ ਉਹ ਹਿਮਾਲਿਆ ਪਰਬਤ ਹੋਵੇ, ਭਾਵੇਂ ਉਹ ਧਰਤੀ ਹੋਵੇ ਤੇ ਭਾਵੇਂ ਸੂਰਜ ਹੋਣ। ਵਿਰਾਟ ਸਥੂਲ ਨਜ਼ਰ ਆਉਂਦਾ ਹੈ, ਜਿੰਨਾ ਵੀ ਸਥੂਲ ਹੈ ਉਹ ਵਿਰਾਟ ਹੀ ਮੰਨਿਆ ਜਾਏਗਾ, ਪਰ ਸੂਖਮ ਨਜ਼ਰ ਨਹੀਂ ਆਉਂਦਾ ਕਿ ਹਿਮਾਲਿਆ ਦੇ ਵਿੱਚ, ਕਿ ਧਰਤੀ ਦੇ ਵਿੱਚ, ਕਿ ਸੂਰਜ ਵਿੱਚ ਵੀ ਉਹ ਛੁਪਿਆ ਹੋਇਆ ਹੈ। ਉਹ ਇੰਨਾ ਸੂਖਮ ਹੋ ਕੇ ਛੁਪਿਆ ਹੈ ਕਿ ਜਿਹੜਾ ਮਨੁੱਖ ਦੀ ਪਹੁੰਚ ਤੋਂ ਪਰੇ ਹੋ ਗਿਆ। ਇਸੇ ਕਰਕੇ ਰੱਬ ਦੇ ਦੋ ਵੱਡੇ ਗੁਣ ਨੇ। ਹੇ ਮੇਰੇ ਵੱਡੇ ਮਾਲਕ, ਤੇਰੇ ਦੋ ਗੁਣ ਬੜੇ ਕਮਾਲ ਦੇ ਨੇ। ਤੂੰ ਗਹਿਰ ਵੀ ਬਹੁਤ ਹੈ ਤੇ ਗੰਭੀਰ ਵੀ ਬੜਾ ਹੈ। ਇਹ ਤੇਰੇ ਦੋ ਵੱਡੇ ਗੁਣ ਨੇ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ। ਹੇ ਮੇਰੇ ਵੱਡੇ ਸਾਹਿਬ, ਮੇਰੇ ਵੱਡੇ ਮਾਲਕ ਪ੍ਰਭੂ ਜੀਓ, ਤੂੰ ਗਹਿਰ ਵੀ ਹੈ, ਤੂੰ ਗੰਭੀਰ ਵੀ ਹੈ। ਤੇਰੇ ਦੋ ਗੁਣ ਬੜੇ ਮਹਾਨ ਨੇ। ਗਹਿਰ ਦਾ ਮਤਲਬ ਹੁੰਦਾ ਡੂੰਘਾ, ਗਹਿਰਾ। ਤੂੰ ਗਹਿਰ ਕਿੰਨੇ? ਇਸ 6 ਫੁੱਟੇ ਸਰੀਰ ਵਿੱਚ ਹੀ ਇੰਨਾ ਡੂੰਘਾ ਉਤਰ ਗਿਆ ਕਿ ਪਹੁੰਚ ਤੋਂ ਪਰੇ ਹੋ ਗਿਆ। ਗਹਿਰੇ ਨੇ ਕਿ ਡਾਕਟਰ ਜਿੰਨਾ ਮਰਜੀ ਪੋਸਟਮਾਰਟਮ ਕਰਦੇ ਰਹਿਣ ਸਰੀਰ ਦਾ, ਅੰਗ ਅੰਗ ਚੀਰ ਦੇਣ, ਪਰ ਤੂੰ ਇੰਨਾ ਗਹਿਰਾ ਉਤਰ ਗਿਆ ਕਿ ਉਹਨਾਂ ਦੀ ਪਹੁੰਚ ਤੋਂ ਵੀ ਪਰੇ ਹੋ ਗਿਆ। ਔਰ ਇਸ ਸਰੀਰ ਦੇ ਵਿੱਚ ਅਰਬਾਂ ਸੈੱਲ ਨੇ, ਉਹਨਾਂ ਇੱਕ ਇੱਕ ਸੈੱਲ ਦੇ ਅੰਦਰ ਵੀ ਇੰਨਾ ਗਹਿਰਾ ਉਤਰ ਗਿਆ ਕਿ ਪਹੁੰਚ ਤੋਂ ਪਰੇ ਹੋ ਗਿਆ। ਗਹਿਰ ਇੰਨਾ ਹੈ, ਇੱਕ ਛੋਟੀ ਜਿਹੀ ਕੀੜੀ ਦੇ ਵਿੱਚ ਵੀ ਇੰਨਾ ਡੂੰਘਾ ਉਤਰ ਗਿਆ, ਪਹੁੰਚ ਤੋਂ ਪਰੇ ਹੋ ਗਿਆ। ਉਸ ਕੀੜੀ ਦੇ ਅੰਦਰ ਵੀ ਲੱਖਾਂ ਕਰੋੜਾਂ ਅਰਬਾਂ ਸੈੱਲ ਨੇ, ਜਿਨ੍ਹਾਂ ਦੇ ਅੰਦਰ ਇੰਨਾ ਡੂੰਘਾ ਉਤਰ ਗਿਆ, ਪਹੁੰਚ ਤੋਂ ਪਰੇ ਹੋ ਗਿਆ। ਗਹਿਰ ਇੰਨੇ ਕਿ ਮਨੁੱਖ ਦੀ ਪਹੁੰਚ ਤੋਂ ਦੂਰ ਹੋ ਗਿਆ। ਉਹਦਾ ਗਹਿਰ ਰੂਪ, ਉਹਦਾ ਨਿਰਗੁਣ ਰੂਪ ਹੈ। ਤੇ ਗੰਭੀਰ ਕਿੰਨੇ? ਉਹ ਪ੍ਰਭੂ ਗੰਭੀਰ ਇੰਨਾ ਹੈ ਕਿ 5 ਆਦਮੀ ਖੜੇ ਹੋਣ, 4 ਗੱਲਾਂ ਕਰਦੇ ਹੋਣ ਇੱਕ ਦੂਸਰੇ ਦੇ ਨਾਲ, ਪੰਜਵਾਂ ਅਜਨਬੀ ਹੋਵੇ, ਉਪਰਾ ਹੋਵੇ, ਉਹ ਜਾਣਦਾ ਨਾ ਹੋਵੇ ਬਾਕੀਆਂ ਨੂੰ, ਫਿਰ ਵੀ ਪੰਜਵਾਂ ਚੁੱਪ ਨਹੀਂ ਰਹਿ ਸਕਦਾ। ਉਹ ਚੌਹਾਂ ਦੀਆਂ ਗੱਲਾਂ ਦੇ ਵਿੱਚ ਕੋਈ ਨਾ ਕੋਈ ਦਖਲ ਦੇ ਹੀ ਦਿੰਦਾ ਹੈ, ਕੋਈ ਨਾ ਕੋਈ ਆਪਣੀ ਗੱਲ ਕਰੀ ਜਾਂਦਾ ਹੈ। ਪਰ ਪ੍ਰਭੂ ਇੰਨਾ ਗੰਭੀਰ ਹੈ, ਉਹ ਸਾਡੀ ਇੱਕ ਇੱਕ ਗੱਲ ਨੂੰ ਸੁਣਦਾ ਹੈ, ਸਾਡੀ ਇੱਕ ਇੱਕ ਹਰਕਤ ਨੂੰ ਦੇਖਦਾ ਹੈ, ਸਾਡੇ ਇੱਕ ਇੱਕ ਕਰਮ ਨੂੰ ਬੜੇ ਧਿਆਨ ਨਾਲ, ਗੌਰ ਨਾਲ ਵਾਚਦਾ ਹੈ, ਪਰ ਉਹ ਸਾਡੇ ਕੰਮਾਂ ਦੇ ਵਿੱਚ ਦਖਲ ਨਹੀਂ ਦਿੰਦਾ। ਏਡਾ ਗੰਭੀਰ ਹੈ। ਸਾਡੀਆਂ ਗੱਲਾਂ 'ਚ ਦਖਲ ਨਹੀਂ ਦਿੰਦਾ, ਸਾਡੇ ਕੰਮਾਂ 'ਚ ਦਖਲ ਨਹੀਂ ਦਿੰਦਾ। ਸਾਨੂੰ ਸੁਤੰਤਰ ਕੀਤਾ ਹੋਇਆ ਹੈ। ਤੂੰ ਕਰਮਾਂ ਪੱਖੋਂ ਸੁਤੰਤਰ ਹੈ, ਕਰਮੀ ਆਪੋ ਆਪਣੀ, ਮੈਂ ਤੇਰੇ ਕਰਮ 'ਚ ਕਦੀ ਦਖਲ ਨਹੀਂ ਦਿਆਂਗਾ। ਗੰਭੀਰ ਇੰਨੇ ਮਨੁੱਖ ਦੇ ਕਰਮ ਦੇ ਵਿੱਚ ਉਹ ਆਪਣੀ ਦਖਲ ਅੰਦਾਜ਼ੀ ਨਹੀਂ ਕਰਦਾ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ, ਗੁਣੀ ਗਹੀਰਾ। ਤੂੰ ਤੇ ਗੁਣਾਂ ਦਾ ਖਜ਼ਾਨਾ ਹੈ, ਗਹੀਰ ਹੈ, ਕੁੱਪ ਹੈ ਬੜਾ ਵੱਡਾ। ਗੁਣੀ ਗਹੀਰਾ ਕੋਈ ਨਾ ਜਾਣੇ, ਤੇਰਾ ਕੀਤਾ ਕੇਵਡ ਚੀਰਾ। ਕੋਈ ਵੀ ਤੇਰਾ ਅੰਦਾਜ਼ਾ ਹੀ ਨਹੀਂ ਲਾ ਸਕਦਾ, ਤੇਰਾ ਪਰਲਾ ਬੰਨਾ ਕਿੰਨੀ ਦੂਰ ਹੋਏਗਾ। ਨਾ ਤੇਰੇ ਵਿਰਾਟ ਹੋਣ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ, ਵਿਰਾਟ ਕਿੰਨਾ ਹੈ, ਤੇ ਨਾ ਤੇਰੇ ਗਹਿਰ ਹੋਣ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ, ਗਹਿਰ ਕਿੰਨਾ ਹੈ। ਇਸ ਕਰਕੇ ਜੇ ਤੈਨੂੰ ਗਹਿਰ ਨੂੰ ਜਾਣਨਾ ਹੋਵੇ, ਤੈਨੂੰ ਨਿਰਗੁਣ ਨੂੰ ਜਾਣਨਾ ਹੋਵੇ, ਮੈਨੂੰ ਵੀ ਬਹੁਤ ਸੂਖਮ ਹੋਣਾ ਪਏਗਾ। ਹੁਣ ਕੋਈ ਕਹੇ ਵੀ ਜਿੰਨਾ ਵੱਡਾ ਮੈਂ ਹੋਵਾਂਗਾ ਉਨੀ ਜਲਦੀ ਰੱਬ ਨੂੰ ਜਾਣਾਂਗਾ, ਜਿੰਨਾ ਵੱਡਾ ਹੋਵਾਂਗਾ ਉਨੀ ਜਲਦੀ ਮੈਂ ਕਿਸੇ ਨੂੰ ਫੜ ਸਕਦਾ, ਦੇਖ ਸਕਦਾ। ਜ਼ਰੂਰੀ ਨਹੀਂ ਕਿ ਹਰ ਥਾਂ ਤੇ ਵੱਡਾ ਆਕਾਰ ਕੰਮ ਆਏ, ਨਾ ਹੀ ਜ਼ਰੂਰੀ ਹਰ ਥਾਂ ਤੇ ਵੱਡਪਣ ਕੰਮ ਆਏ ਕਿ ਜਿੰਨਾ ਵੱਡਾ ਹੋਵਾਂਗਾ ਹਰ ਚੀਜ਼ ਮੇਰੀ ਪਹੁੰਚ ਵਿੱਚ ਹੋਏਗੀ। ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈ, ਵੱਡੇਪਣ ਵਿੱਚ ਕੋਈ ਚੀਜ਼ ਪਹੁੰਚ ਤੋਂ ਹੋਰ ਦੂਰ ਹੋ ਜਾਂਦੀ ਹੈ। ਹੁਣ ਰੇਤ ਵਿੱਚ ਖੰਡ ਖਿਲਰੀ ਹੋਵੇ ਤੇ ਹਾਥੀ ਨੂੰ ਕਹੋ ਵੀ ਤੂੰ ਤੇ ਬਹੁਤ ਵੱਡਾ ਹੈ, ਤੂੰ ਤੇ ਬੜੀ ਜਲਦੀ ਚੁਣ ਲਏਗਾ। ਤੂੰ ਇਸ ਖੰਡ ਨੂੰ ਚੁਣ ਕੇ ਦੇਖ ਕਿੱਥੇ ਹੈ। ਰੇਤ ਵਿੱਚ ਖਿਲਰੀ ਹੋਈ ਹੈ ਖੰਡ, ਇਹ ਹਾਥੀ ਤੂੰ ਚੁਣ ਕੇ ਦੇਖ ਕਿੱਥੇ ਕਿੱਥੇ ਪਈ ਹੈ। ਹਾਥੀ ਨੂੰ ਪਹਿਲੀ ਗੱਲ ਰੇਤ ਵਿੱਚੋਂ ਖੰਡ ਨਜ਼ਰ ਆਉਣੀ ਮੁਸ਼ਕਲ ਹੋ ਜਾਏਗੀ। ਜੇ ਕਿਤੇ ਨਜ਼ਰ ਆ ਵੀ ਜਾਏ ਤੇ ਉਹਨੂੰ ਸੁੰਡ ਦੇ ਨਾਲ ਚੁੱਕਣੀ ਮੁਸ਼ਕਲ ਨਜ਼ਰ ਆ ਜਾਏਗੀ। ਸੁੰਡ ਨਾਲ ਉਹ ਛੋਟਾ ਜਿਹਾ ਕਣ ਖੰਡ ਦਾ ਚੁੱਕ ਨਹੀਂ ਸਕੇਗਾ, ਤੇ ਜੇ ਚੁੱਕਣ ਦਾ ਯਤਨ ਕਰੇਗਾ ਤੇ ਉਹਦੀ ਸੁੰਡ ਦੀ ਫੂਕ ਜਿਹੜੀ ਉਹਦਾ ਫੁੰਕਾਰਾ ਹੈ ਉਹ ਖੰਡ ਨੂੰ ਉਡਾ ਪੜਾ ਦੇਗਾ। ਹੁਣ ਉੱਥੇ ਹਾਥੀ ਨਹੀਂ ਕੰਮ ਆਏਗਾ। ਪਰ ਜੇ ਉਸ ਥਾਂ ਤੇ ਕਿਤੇ ਕੀੜੀ ਆ ਜਾਏ, ਕੀੜੀ ਕੀ ਕਰੇਗੀ? ਰੇਤ ਦੇ ਢੇਰ ਦੇ ਵਿੱਚੋਂ ਵੀ ਉਹ ਖੰਡ ਦੇ ਦਾਣੇ ਲੱਭ ਲੱਭ ਕੇ ਚੁੱਕ ਕੇ ਲੈ ਤੁਰੇਗੀ।
प्रभु इन्ना सूखम होके फैलिया होया है, मनुख हाथी बनया बैठा हंकार की तरह, जिहड़ा रब नूं चुन नहीं सकता। जे प्रभु नूं चुनना ही ते तैनूं कीड़ी की तरह निमरता विच आउणा पएगा। हर है खांड रेत में बिखरी, हाथी चुनी ना जाए। ये दो तरीकों नाल सलूक आंदा है। हर है खांड रेत में बिखरी, हस्ती चुनी ना जाए। हस्ती भी हुंदा है, हाथी भी। दो थां ते सलूक आंदा वख-वख रूपां दे विच। हरी प्रभु वो खंड की तरह है जिहड़ी रेत च बिखरी होवे, पर हाथी नूं कहो तू चुन, हाथी चुन नहीं पाएगा, कीड़ी की लोड़ है। प्रभु भी जरे जरे कण कण विच विराजमान है, पर इस हंकारी मन नूं नजर नहीं आउंदा, क्योंकि मन तो मैगल होए रहे हो। मन ते हाथी बनिया होया है, मैगल मैंने हाथी। मन हाथी बनिया है, किवें उस प्रभु नूं जाने? हंकार विच भरे है। हंकार दे विच छोटियां मोटियां चीज़ां देखदा ही नहीं है, और हंकारी नूं सचमुच छोटी मोटी चीज़ नजर ही नहीं आउंदी। हंकारी आदमी चार बंदियां च इस तरह खलोंदा है जिवें दुसहरा ग्राउंड दे विच रावण दा बुत लग्या होवे बड़ा वड्डा। इदां हंकार विच भर के खलोंदा, नूं दूसरे नजर ही नहीं आउंदे। और हंकारी आदमी ते नक दस दिंदी है भी कितना हंकार, नक दस दिंदी है सचमुच बड़ा हंकार है। हंकारी इस तरह तुरदा है मानो जिवें खाल टपणी होवे, इदां छाला मारदा जांदा है। ते जदों हंकारी तुरदा है, हंकारी चौड़ा होके तुरदा ते बाजार सौड़ा हो जाता है। इस तरह लगता है जिवें खुला रस्ता भी तंग हो गया, जने खड़े नूं मोढा मार मार के लंघदा है, पता नहीं मैं लंघ रहा। जदों देखदा है तां अखां चों अंगारे निकलदे ने, बोलदा ते मूंह चों भाबड़ निकलदे ने। है कोई मेरे वर्गा? बस हंकारी आदमी नूं छोटियां मोटियां चीज़ां नजर ही नहीं आउंदियां, छोटे लोग नजर ही नहीं आउंदे। असल दे विच वो अन्ना हो गया, अज्ञानता दे विच ऐसा अन्ना होया, वो संसार उन्होंने नजर ही नहीं आउंदा, दिसदा ही नहीं है। ते निरंकार किवें नजर आए उन्होंने? निरंकार ते बहुत सूक्ष्म है, निर्गुण रूप ते कण कण विच विराजमान है, जिन्हों सरगुण ही नजर नहीं आ रहा प्रभु दा विराट, उन्होंने निर्गुण रूप की नजर आएगा। जिथे ते रूप ना रेख ना रंग किछ, त्रिगुण ते प्रभ भिन्न। जिथे ते रूप रेख रंग आकार नहीं, वो किवें नजर आएगा? सरगुण ही नहीं दिसदा, दूसरे लोग ही नजर नहीं आउंदे। हंकार नाल भरिया तुरदा है, नौकर दे कोलों इस तरह लंघदा जिवें कुछ भी नहीं दुनिया ते, बस मैं ही हां। पर बड़ी मजे की गल है कि जदों अपने मालक दे कोल लंघदा है ना, फिर इस तरह लंघदा जी मैं कुछ भी नहीं, तुसीं हो सारा कुछ। फिर बदल जाता है, क्योंकि हुण वो मालक वड्डा है ना। जदों नौकर तो यह वड्डा है, उदों इस तरह लंघदा है जिवें कुछ भी नहीं, नौकर देखदा ही नहीं उहदे वल, है ही नहीं, इस दुनिया ते आया ही नहीं है। ते जिन्हों विराट नहीं नजर आ रहा, जिन्हों सरगुण रूप नजर नहीं आ रहा, उन्होंने निर्गुण सूक्ष्म किवें नजर आएगा? हर है खांड रेत में बिखरी, हाथी चुनी ना जाए। रब खंड की तरह है जिहड़ा रेत च खिलरिया होया है, कण कण विच फैलिया होया है, पर जदों कोई हाथी बन के आ जाता है, वो रब नूं चुन नहीं पांदा। हाथी चुनी ना जाए, कहो कबीर गुर भली बुझाई, कीटी होए चुन खाए। गुरु ने चंगी समझ दे दी, जे खंड नूं चुनना ही, मिठास नाल जुड़ना ही, ते तैनूं कीड़ी बनना पएगा। निमरता दे विच आउणा पएगा। जिस दिन निमरता च आ जाएगा, उस दिन तेरी जुबान च मिठास भी आ जाएगी। जिस दिन निमर हो जाएगा, उस दिन रब की मिठास तेरे जीवन च प्रगट हो जाएगी, क्योंकि खंड हाथी नहीं चुन सकता, रेत विचों कीड़ी चुन जाती है। कहो कबीर गुरु भली बुझाई है, कबीर कह गुरु ने चंगी सिक्ख्या दे दी, चंगा वधिया समझा दिता कि जिस दिन निमरता च आ जाएगा, उस दिन जुबान च मिठास आ जाएगी, उस दिन रब मिठास नाल जुड़ जाएगा। कहो कबीर गुरु भली बुझाई, कीटी होए चुन खाए, कीड़ी होके चुन के खा लेंगे। और प्रभु निर्गुण सूक्ष्म नूं उदों पाया जाता है जदों कोई कीड़ी की तरह निमरता नाल झुक जाता है। कर कृपा लेहू मिलाए महल हर पाया जियो। हे प्रभु जदों तू कृपा करके मिला लैंदा है, हरि प्रभु महल प्राप्त हो जाता है। सदा रहे कर जोड़, वो सेवक वो भगत सदा हाथ जोड़ के निमरता च खलोंदा है।
ਉਹਦੇ ਜੀਵਨ ਵਿੱਚ ਹਰ ਦਰਜੇ ਦੀ ਨਿਮਰਤਾ ਹੁੰਦੀ, ਹੰਕਾਰ ਉੱਡ ਜਾਂਦਾ ਹੈ, ਮੈਂ ਮੇਰੀ ਖਤਮ ਹੋ ਜਾਂਦੀ ਹੈ। ਸਦਾ ਰਹਿ ਕਰ ਜੋੜ ਪ੍ਰਭ ਮਨ ਭਾਇਆ ਜੀਓ, ਪ੍ਰਭੂ ਉਹਦੇ ਮਨ ਨੂੰ ਚੰਗਾ ਲੱਗਣ ਲੱਗ ਜਾਂਦਾ ਹੈ। ਪ੍ਰਭ ਮਨ ਭਾਵੈ ਤਾਂ ਹੁਕਮ ਸਮਾਵੈ, ਹੁਕਮ ਮਨ ਸੁਖ ਪਾਇਆ, ਅਨ ਦਿਨ ਜਪਤ ਰਹਿ ਦਿਨ ਰਾਤੀ, ਸਹਜੇ ਨਾਮ ਧਿਆਇਆ। ਜਦੋਂ ਨਿਮਰਤਾ ਨਾਲ ਹੱਥ ਜੋੜ ਕੇ ਖਲੋਂਦਾ ਪ੍ਰਭ ਮਨ ਭਾਵੇ, ਰੱਬ ਉਹਦੇ ਮਨ ਨੂੰ ਚੰਗਾ ਲੱਗਣ ਲੱਗ ਜਾਂਦਾ ਹੈ। ਤੇ ਜਦੋਂ ਰੱਬ ਚੰਗਾ ਲੱਗਦਾ ਹੈ, ਸੁਭਾਵਿਕ ਜਿਹੜਾ ਆਦਮੀ ਸਾਨੂੰ ਚੰਗਾ ਲੱਗੇ ਨਾ, ਉਹਦੀ ਹਰ ਗੱਲ ਸਾਨੂੰ ਚੰਗੀ ਲੱਗਣ ਲੱਗ ਜਾਂਦੀ ਹੈ। ਜਿਹਨੂੰ ਅਸੀਂ ਪ੍ਰੇਮ ਕਰਦੇ ਹਾਂ, ਉਹਦਾ ਹਰ ਕੰਮ ਸਾਨੂੰ ਚੰਗਾ ਲੱਗਦਾ ਹੈ, ਹਰ ਗੱਲ ਸਾਨੂੰ ਚੰਗੀ ਲੱਗਦੀ ਹੈ, ਇੱਥੋਂ ਤੱਕ ਉਹਦੀ ਔਗਣ ਵੀ ਸਾਨੂੰ ਚੰਗੇ ਲੱਗਣ ਲੱਗ ਜਾਂਦੇ ਨੇ। ਅਸੀਂ ਉਹਦੇ ਔਗਣਾਂ ਨੂੰ ਵੀ ਅਸੀਂ ਇੱਕ ਦੁੱਤੀ ਸਮਝਣ ਲੱਗ ਜਾਂਦੇ ਹਾਂ, ਇੱਕ ਵੱਖਰਾ ਰੂਪ ਹੈ ਜੀ ਉਹਦਾ। ਕੋਈ ਚੰਗਾ ਲੱਗੇ ਉਹਦੇ ਔਗਣ ਵੀ ਗੁਣ ਲੱਗਦੇ ਨੇ। ਹਾਂ, ਕੋਈ ਬੁਰਾ ਲੱਗਣ ਲੱਗ ਜਾਏ ਉਹਦੇ ਗੁਣ ਵੀ ਚੰਗੇ ਨਹੀਂ ਲੱਗਦੇ, ਫਿਰ ਉਹਦੇ ਗੁਣ ਵੀ ਔਗਣੀ ਜਾਪਦੇ ਨੇ। ਜਦੋਂ ਚੰਗਾ ਲੱਗਣ ਲੱਗ ਗਿਆ, ਉਹਦੀ ਗੱਲ ਵੀ ਚੰਗੀ ਲੱਗਦੀ ਹੈ, ਉਹਦੇ ਕੰਮ ਵੀ ਚੰਗੇ ਲੱਗਦੇ ਨੇ। ਜਦੋਂ ਪ੍ਰਭੂ ਚੰਗਾ ਲੱਗਣ ਲੱਗ ਜਾਂਦਾ ਹੈ, ਫਿਰ ਪ੍ਰਭੂ ਦੇ ਕੰਮ ਵੀ ਚੰਗੇ ਲੱਗਣ ਲੱਗ ਜਾਂਦੇ ਨੇ। ਫਿਰ ਉਹ ਅਮੀਰੀ ਦਿੰਦਾ ਤਾਂ ਵੀ ਚੰਗਾ ਲੱਗਦਾ, ਗਰੀਬੀ ਦਿੰਦਾ ਤਾਂ ਵੀ ਚੰਗਾ ਲੱਗਦਾ, ਸੁੱਖ ਦੇ ਦਿੰਦਾ ਤਾਂ ਵੀ ਚੰਗਾ ਲੱਗਦਾ, ਦੁੱਖ ਦੇ ਦਿੰਦਾ ਤਾਂ ਵੀ ਚੰਗਾ ਲੱਗਦਾ ਹੈ। ਮਾਣ ਦੇ ਦੇਵੇ ਤਾਂ ਵੀ ਮਨ ਨੂੰ ਭਾਉਂਦਾ, ਅਪਮਾਨ ਦੇ ਦੇਵੇ ਤਾਂ ਵੀ ਉਹ ਬੜਾ ਭਾਉਂਦਾ। ਉਹਦੀ ਲੀਲਾ। ਜੀਵਨ ਦੇਵੇ ਤਾਂ ਵੀ ਚੰਗਾ ਲੱਗਦਾ ਹੈ, ਸਦਾ ਭੇਜ ਦੇਵੇ ਤਾਂ ਵੀ ਚੰਗਾ ਲੱਗਦਾ। ਆਨੰਦ ਉਹਦਾ ਹੁਕਮ। ਪ੍ਰਭ ਮਨ ਭਾਵੈ ਤਾਂ ਹੁਕਮ ਸਮਾਵੈ। ਜਦੋਂ ਪ੍ਰਭੂ ਮਨ ਨੂੰ ਭਾ ਜਾਂਦਾ ਹੈ, ਚੰਗਾ ਲੱਗਣ ਲੱਗ ਜਾਂਦਾ ਹੈ, ਤੇ ਸੇਵਕ ਉਹਦੇ ਹੁਕਮ 'ਚ ਹੀ ਸਮਾ ਜਾਂਦਾ ਹੈ। ਹੁਕਮ ਮਨ ਸੁਖ ਪਾਇਆ। ਉਹ ਰੱਬ ਦੇ ਹੁਕਮ ਨੂੰ ਮੰਨ ਕੇ ਸੁਖੀ ਹੋ ਜਾਂਦਾ ਹੈ। ਉਹ ਆਖਦਾ ਨਹੀਂ, ਜੋ ਰੱਬ ਕਰਦਾ ਉਹ ਵੀ ਠੀਕ ਕਰਦਾ ਹੈ, ਹੋ ਸਕਦਾ ਮੈਂ ਹੀ ਗਲਤ ਹੋਵਾਂ, ਮੇਰੇ ਪ੍ਰਭੂ ਨੂੰ ਪਤਾ ਕੀ ਕਰਨਾ ਹੈ। ਉਹਦੀ ਰਜ਼ਾ ਵਿੱਚ ਰਾਜ਼ੀ ਹੋ ਜਾਂਦਾ ਹੈ, ਹੰਕਾਰ ਟੁੱਟ ਜਾਂਦਾ ਹੈ। ਇੱਥੋਂ ਤੱਕ ਉਹ ਪ੍ਰਭੂ ਸੁੱਖ ਨਾ ਦੇਵੇ, ਦੁੱਖ ਦੇ ਦੇਵੇ, ਅਮੀਰੀ ਨਾ ਦੇਵੇ, ਗਰੀਬੀ ਦੇ ਦੇਵੇ, ਚੰਗਾ ਲੱਗਦਾ ਹੈ। ਘਰ ਬਾਹਰ ਖੋਲ ਲਵੇ, ਸੜਕ ਤੇ ਬਿਠਾ ਦੇਵੇ ਤਾਂ ਵੀ ਚੰਗਾ ਲੱਗਦਾ ਹੈ, ਕਿਉਂਕਿ ਉਹਦੀ ਰਜ਼ਾ ਵਿੱਚ ਰਾਜ਼ੀ ਹਾਂ। ਮੇਰੇ ਸਰੀਰ ਨੂੰ ਦੁੱਖ ਲੱਗ ਜਾਣ, ਸ਼ੁਕਰ, ਜੇ ਤੈਨੂੰ ਦੁੱਖ ਚੰਗੇ ਲੱਗਦੇ ਨੇ ਤੇ ਮੈਂ ਪ੍ਰਵਾਨ ਕਰਦਾ। ਮੇਰੇ ਜੀਵਨ ਵਿੱਚ ਰਾਹੂ ਕੇਤੂ ਖੜੇ ਕਰ ਦੇਵੇ, ਦੋਵੇਂ ਗ੍ਰਹਿ ਖੜੇ ਕਰ ਦੇ, ਹੇ ਪ੍ਰਭੂ ਤਾਂ ਵੀ ਤੂੰ ਚੰਗਾ ਲੱਗੇਗਾ, ਕਿਉਂਕਿ ਤੈਨੂੰ ਜਿਸੇ ਚ ਚੰਗਾ ਲੱਗਦਾ ਤੇ ਮੈਂ ਇਸੇ ਚ ਹੀ ਪ੍ਰਮਾਣਾ। ਜੇ ਜ਼ਾਲਮ ਰਾਜੇ ਮੈਨੂੰ ਕੈਦ ਕਰ ਲੈਣ, ਮੇਰੇ ਤੇ ਜ਼ੁਲਮ ਕਰਨ, ਮੇਰਾ ਖੂਨ ਪੀਣ, ਮੈਨੂੰ ਤਸੀਹੇ ਦੇਣ, ਜੇ ਤੈਨੂੰ ਏਦਾਂ ਹੀ ਪਾਉਂਦਾ ਤੇ ਮੈਂ ਤਾਂ ਵੀ ਤੇਰਾ ਸ਼ੁਕਰ ਕਰਾਂਗਾ। ਜੇ ਦੇਹ ਦੁੱਖ ਲਾਈਏ, ਪਾਪ ਗ੍ਰਹਿ ਦੋਏ ਰਾਹ, ਮੇਰੇ ਦੇਹ ਨੂੰ ਦੁੱਖ ਲਾ ਦੇ, ਰੋਗ ਲਾ ਦੇ। ਅੱਜ ਦੇ ਪਾਪ ਗ੍ਰਹਿ ਨੇ ਨਾ, ਰਾਹੂ ਕੇਤੂ ਮੇਰੇ ਰਾਹ 'ਚ ਖੜੇ ਕਰ ਦੇ, ਜ਼ਿੰਦਗੀ ਦੇ ਰਸਤੇ 'ਚ ਖੜੇ ਹੋ ਜਾਣ, ਮੈਨੂੰ ਸਾਰੇ ਹੀ ਦੁੱਖ ਦੇਣ, ਮੁਸੀਬਤਾਂ ਦੇ ਦੇਣ। ਰੱਤ ਪੀਣੇ ਰਾਜੇ ਸਿਰੇ ਉੱਪਰ ਰੱਖੀ ਹੈ, ਖੂਨ ਪੀ ਜਾਣ ਵਾਲੇ ਬਾਦਸ਼ਾਹ ਮੇਰੇ ਸਿਰ ਤੇ ਹੋਣ, ਰਾਜੇ ਹੋਣ, ਮੈਨੂੰ ਤਸੀਹੇ ਦਿੰਦੇ ਹੋਣ। ਜੇ ਦੇਹ ਦੁੱਖ ਲਾਈਏ, ਪਾਪ ਗ੍ਰਹਿ ਦੋਏ ਰਾਹ, ਰੱਤ ਪੀਣੇ ਰਾਜੇ ਸਿਰੇ ਉੱਪਰ ਰੱਖੀ ਹੈ। ਐਵੇਂ ਜਾਪੈ ਭਾਓ, ਭਾਓ ਮੈਨੇ ਪਿਆਰ। ਜੇ ਤੇਰਾ ਪਿਆਰ ਏਦਾਂ ਪ੍ਰਗਟ ਹੁੰਦਾ ਹੋਵੇ ਵੀ ਤੂੰ ਹੈ ਸਲਾਹਣਾ, ਆਖਣ ਲਹਿ ਨਾ ਚਾਓ, ਤਾਂ ਵੀ ਤੇਰੀ ਸਿਫਤ ਹੀ ਕਰਾਂਗਾ। ਮੇਰਾ ਚਾਹ ਨਾ ਲੱਥੇ ਤੇਰੀ ਸਿਫਤ ਕਰਦੇ ਆ, ਕਿਉਂਕਿ ਜੋ ਤੂੰ ਕਰੇਗਾ ਠੀਕ ਹੀ ਕਰੇਗਾ। ਤੂੰ ਘਰ-ਬਾਰ ਖੋਲ ਲਵੇਂਗਾ ਤਾਂ ਵੀ ਸ਼ੁਕਰ ਕਰਾਂਗਾ, ਨਾਮ ਧਾਮ ਸੁਖ ਖੋਲੇਗਾ ਸ਼ੁਕਰ ਕਰਾਂਗਾ, ਮੌਤ ਦੇ ਦੇਗਾ ਸ਼ੁਕਰ ਕਰਾਂਗਾ। ਔਰ ਇਹ ਅਵਸਥਾ ਉਦੋਂ ਆਉਂਦੀ ਜਦੋਂ ਹੰਕਾਰ ਨਹੀਂ ਰਹਿੰਦਾ। ਪਰ ਜਦੋਂ ਹੰਕਾਰ ਹੁੰਦਾ ਉਦੋਂ ਨਾਮ ਵੀ ਚਾਹੀਦਾ, ਧਾਮ ਵੀ ਚਾਹੀਦਾ, ਉਦੋਂ ਪ੍ਰਾਪਰਟੀ ਵੀ ਚਾਹੀਦੀ, ਉਦੋਂ ਜ਼ਿੰਦਗੀ ਵੀ ਚਾਹੀਦੀ। ਤਿੰਨ ਚੀਜ਼ਾਂ ਦੇ ਲਈ ਮਨੁੱਖ ਬੜੀ ਮੁਸ਼ੱਕਤ ਕਰਦਾ ਹੈ, ਬੜੀ ਦੌੜ ਭੱਜ ਕਰਦਾ। ਤਿੰਨ ਚੀਜ਼ਾਂ ਮੇਰੀ ਜ਼ਿੰਦਗੀ 'ਚ ਆ ਜਾਣ। ਇੱਕ, ਮੇਰਾ ਨਾਮ ਦੁਨੀਆ ਤੇ ਉੱਚਾ ਹੋਵੇ, ਮੇਰੀ ਸ਼ੋਹਰਤ ਹੋਵੇ, ਲੋਕ ਜਾਣਨ ਮੈਨੂੰ। ਦੂਜਾ, ਮੇਰੇ ਕੋਲ ਖੂਬਸੂਰਤੀ ਹੋਵੇ, ਸੋਹਣੇ ਰੇਸ਼ਮੀ ਵਸਤਰ ਪਹਿਨੇ ਹੋਣ, ਲਿਬਾਸ ਵਧੀਆ ਹੋਵੇ, ਲੋਕ ਦੇਖਣ। ਤੀਸਰਾ, ਜਿੱਥੇ ਮੈਂ ਰਵਾਂ ਮੇਰਾ ਘਰ ਏਡਾ ਵੱਡਾ ਹੋਵੇ, ਦੁਨੀਆ ਦੇਖੇ ਵੀ ਫਲਾਣੇ ਦੀ ਕੋਠੀ ਹੈ, ਫਲਾਣੇ ਦਾ ਬੰਗਲੋ ਹੈ, ਫਲਾਣੇ ਦਾ ਮਹਿਲ ਹੈ। ਇਹ ਤਿੰਨ ਚੀਜ਼ਾਂ ਦੀ ਸਾਰੀ ਜ਼ਿੰਦਗੀ ਦੀ ਦੌੜ ਹੈ। ਮੇਰਾ ਖਾਣ ਪੀਣ ਨੂੰ ਭਾਵੇਂ ਰੋਟੀ ਨਾ ਕਰ ਮਿਲੇ, ਪਰ ਵਸਤਰ ਏਦਾਂ ਦੇ ਹੋਣ, ਲੋਕ ਦੇਖਣ।
घर एडा वड्डा होवे लोग देखण, मेरा नाम होवे। ये तीन चीज़ों की भुख है और तीन चीज़ों की दौड़ है मनुखी जिंदगी च। पर जो हंकार हुंदा है उदों कि नाम नूं खोंदा है उदों दुखी हो जाता है, लड़न नूं तैयार हो जाता है मैं इस तरह का नहीं हाँ। जदों कोई इहदे वस्त्रां नूं खोंदा है उहदा दुश्मन बन जाता है, जदों किसी घर नूं खोंदा है इहनूं चंगा नहीं लगता, क्योंकि हंकार है ना। पर याद रखियो ये तीन चीज़ां, मेरा नाम उच्चा होवे, दुनिया जाने ये फलान मेरा नाम है, मेरा लिबास एडा खूबसूरत होवे लोग देखण, मेरा घर बड़ा वड्डा होवे लोग कहणे फलाने दा घर है। जो बंदा ये तीन चीज़ां दे हंकार विच जिउंदा है, ये नहीं भी चीज़ां ना होण रब्बी शुकराना भी तो होवे ना, जिहदी किरपा दे नाल इन्नियां दातां होण। जे प्रसाद बसै सुख मंदर तिसै ध्याए सदा मन अंदर, जे प्रसाद गृह संग सुख बसना, आठ पैर सिमरो तिस रसना। जिहदी किरपा नाल सोहणे कपड़े होण, जिहदी किरपा नाल सोहणा घर होवे, जिहदी किरपा नाल मान इज्जत शोहरत होवे, उहदा शुकराना करया कर, धन्नवाद कर लई। पर जदों हंकार करेगा ना मेरा नाम, मेरा धाम, मेरा लिबास, ते उदों मौत इतने हंकार एक पल च खो लैंदी है। जिस दिन मौत आती है आखदा सी मेरा नाम होवे, उदों नाम दे नाल लग जांदा है सुरगवासी। मौत नाम खो लैंदी कि सुरगवासी ला दिंदी, लेट ला दिंदी है, मर गया हुण ये हुण नहीं है। और जिद्दन मौत आती है लिबास भी खो लैंदी है, उदों लिबास कफन मिल जाता है, फिर कफन पहनना पैंदा है, लिबास खुस जाते हैं। हंकार करदा सी मेरा लिबास, मौत आई उन्हें लिबास भी खो लिया। पहला नाम खोया स्वर्गवासी बन गया, मुड़ के इशनान करान लगे, उदों कहन लगे नहीं नहीं हुण सोहणे कपड़े ना पाओ, रेशमी नहीं या कफन पाओ, उहदी जेबां भी नहीं हुंदियां, लिबास भी खो लिया मौत ने, कफन आ गया। तीजी चीज आखदा सी मेरा घर, हुण घर दे कहंदे कड्डो इहनूं इहदे बंगले चों बाहर, हुण इहदा घर शमशान घाट है, हुण इहदा घर कब्रिस्तान है, उत्थे रहेगा। मौत ते तीन चीज़ां ही खो लैंदी है, कुछ भी नहीं छड्डदी। नाम भी खो लैंदी है, लिबास भी खो लैंदी है और घर भी खो लैंदी है। नाम भी चला गया, स्वर्गवासी बन गया, गुरपुरवासी बन गया, लेट बन गया, लिबास भी खुस गया, हुण कफन आ गया गल दे विच। और कफन ते बड़ी बाकमाल चीज है, ऐसी चीज जिहड़ा बनांदा है वो वरतदा नहीं, वो वेच दिंदा है, जिहड़ा बनांदा है वो वेच दिंदा है, जिहड़ा खरीददा है वो वरतदा नहीं, जिहड़ा वरतदा उहनूं पता ही नहीं लगदा कि मैं वरत रहा। दूसरा लिबास खो लिया, कफन आ गया, ते तीजा घर भी खुस गया, शमशान कब्रिस्तान खाकी सी, खाक च मिल जाता है। जिस मिट्टी नूं पैरां थल्ले लताड़ के तुरदा हंकार नाल भर के, आखिर उसे मिट्टी दे थल्ले दबिया चला जाता है। फरीदा खाक ना निंदी है, खाकू जीड़ ना कोई, जीवंदियां पैरां तले मोयां उपर होए, फिर ऊपर आ जाती है मिट्टी, जिहड़ी पैरां थल्ले लताड़ के मनुख तुरदा है ये फिर सिर ते आ जाती है। अध आसमानी बिल्डिंग विच रहिंदा सी, इन्ना वड्डा मेरा घर, जिद्दन मौत आती है तो झाड़ियां तो भी थल्ले चला जाता है, झाड़ियां उगियां होंदियां उहदे थल्ले मिट्टी बन के पिया हुंदा है। कबीर गर्व ना कीजिए ऊंचा देख आवास, अपनी रहायश उच्ची देख के हंकार ना करी, मेरा घर सब तो उच्चा है, इत्थे हड़ दा पानी भी नहीं आ सकता। कबीर गर्व ना कीजिए ऊंचा देख आवास, आज काल भोए लिटना ऊपर जामे घास। अजकल मिट्टी च मिलना ही पैना है, फिर ऊपर घाह झाड़ियां जम्मिया करनगियां। जिन्नी मर्जी उचाई ते रात आसमानी रहिंदा होवे, अखीर ते मिट्टी दे थल्ले आना पएगा। अखीर ते जिस मिट्टी नूं लताड़ के तुरदे वो मिट्टी ऊपर हो जाएगी, जीवन दे पैरां तले मोया ऊपर होए। फिर हंकार काद है, जे घर खुस के कब्रिस्तान नहीं हो जाने, महल खुस ही जाने ने, फिर हंकार काद है, क्यों ना पहले ही हंकार छड़ दे कि मालका जो कुछ दिता उहदा शुक्र, जिन्ना चिर भोग सकदा धन्नवाद, आखिर ते चले ही जाने ने, फिर ते मिट्टी हो ही जाने। बायोजीत फकीर वो सदा एक खोपड़ी अपने हाथ च फड़ के तुरदा हुंदा सी। जदों उन्हें
दरबार सजाना, अपना अपने चेलियां नूं प्रवचन सुनाने, कथा सुनानी, खोपड़ी नाल रखनी उन्हें। भोजन करन बहना, थाली दे नाल ही खोपड़ी रख लेनी। जो कुछ भी करना, किते सफर ते जाना, खोपड़ी नाल नाल। किसी ने पूछ लिया, फकीर खोपड़ी हमेशा ही तू नाल रखदा, की कारण? कहने लगा मामूली खोपड़ी नहीं है, एवें किवें खोपड़ी नहीं किसी बंदे दी। इस धरती ते बड़ा वड्डा एक सम्राट है, बड़ा वड्डा बादशाह होया जिहदा हुक्म चलदा सी, कोई कुछ कह दे ते मौत की सजा दे दिंदा सी, उस वक्त सिर धड़ तो लहदा कर दिंदा सी। बड़ा जालिम सी वो, जिउंदे जी उहदे सामने कोई नहीं घुसकिया। ये बड़े शक्तिशाली सम्राट, शक्तिशाली बादशाह की खोपड़ी है, एवें किवें नहीं है। पूछा बायो जी तू क्यों चुकी फिरदा है, सुट पर? कहने लगा नहीं नहीं, इस खोपड़ी ने मेरी जिंदगी बदल दी है, इन्हें मेरा जीवन बदल दिता है। पूछा किवें? कहने लगा मैं तुरया जा रहा सा जंगल दे विच, जंगल दे विचों एक पिंड दूसरे पिंड पार करदा सा, जंगल आ जांदा सी, फिर पार करके दूसरे शहर, दूसरे नगर, सफर करदियां करदियां पिंड दे बार-बार जंगल चों निकलिया ते नाल ही कब्रिस्तान शुरू हो गया। कब्रिस्तान चों लंघदियां अगे बड़ा बड़ा नगर सी। जदों कब्रिस्तान चों लंघिया ते पता लग्या भी ये बड़े बड़े बादशाहां दा कब्रिस्तान है, बड़े बड़े बादशाह इत्थे दफनाए गए ने, बड़े 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 सम्राट जिहड़े इस देश दे वो दफनाए गए ने। उस कब्रिस्तान चों लंघदियां अचानक पैर नूं ठोकर लगी, की देखिया थल्ले खोपड़ी पई सी। पैर नाल खोपड़ी टकराई, मैं खोपड़ी चुकी, नाल ही पत्थर लग्या सी, पत्थर दे उपर इहदा नाम लिखिया सी बादशाह दा। इकोदम याद आ गया ते वो बादशाह जिहड़ा बड़ा जुल्म करदा सी दुनिया ते, बड़ी ताकत सी इहदे कोल, इहदे सामने कोई उच्ची आवाज विच बोल नहीं सी सकदा। इह ते ओहदी खोपड़ी है। वाह मेरा मालका, इहदी खोपड़ी नूं पैर लगे है, इह खोपड़ी जे जिंदी हुंदी फिर पैर लग जांदा इहदे सिर नूं, फिर ते मेरी मौत निश्चित सी ना, फिर नहीं सी बचना मैं। ये खोपड़ी जिउंदी हुंदी उदों पैर लग जांदा ना इहदी खोपड़ी नूं, इहदे सिर नूं, बादशाह ने उस वक्त ही मौत दे देनी सी। अज बच गए, अज मर के दोबारा जिंदा हो गया, तू अज नवा जीवन तेनू मिल गया, शुक्र कर। खोपड़ी सी, मरिया होया है, जिउंदा नहीं है। जिउंदे दे सिर नूं पैर लग जांदा तेरी खैर नहीं सी। अज मर के तू जिंदा हो गया, समझ ले तेन नवा जीवन मिल गया। अज कि मरिया होया है, जिस दिन नवा जीवन मिलिया बस खोपड़ी नाल ही चुक के तुरया फिरदा। मना नाल ये भी याद रखी, एक ते नवा जीवन मिल गया, नाल ये भी याद रखी तू भी कादा हंकार करने कि मेरे सिर नूं कोई हाथ ना ला जाए, आखिर इन्हें भी ते मिट्टी हो जाना है। इस खोपड़ी नूं भी पता नहीं कितनियां ठोकरां पैणगियां, ते हंकार कादा है। एक दिन चले सैर को, कुछ दिल में अरमान थे, एक तरफ गुलिस्तान और एक तरफ कब्रिस्तान थे। सैर वास्ते निकलिया, दो रस्ते अगे चले गए। एक रस्ता फुल्लां दे नाल भरिया होया, लगदा अगे बाग है बड़ा खूबसूरत, सुगंधी आ रही है। दूजा रस्ता सी इट्टां रोड़े कच खिलरिया होया, उजाड़। हुण कौन है जिहड़ा उजाड़ दा रस्ता चुनदा है? कोई नहीं चुनदा। हर कोई चाहता मैं फुल्लां वाले रस्ते ते जावां, जिथों खुशबू आ रही उधर जावां। तख्ती लगी हुई है कि इधरले पासे बाग है, इधरले पासे कब्रिस्तान है। मन ने सोचा, मना बाग ते सारी दुनिया जाती है, कब्रिस्तान कोई नहीं जाता, उत्थे ते जाके देखा। सुनिया जिस कब्रिस्तान तो लोग भुजदे ने अखीर उत्थे ही जाते ने, और लखां करोड़ां लोग जा चुके ने, पर लखां लोग मिल के भी कब्रिस्तान नूं बसा नहीं सके। अज भी उजाड़ है, जाके देखा तो सही। एक दिन चले सैर को, कुछ दिल में अरमान थे, एक तरफ गुलिस्तान और एक तरफ कब्रिस्तान थे। एक खोपड़ी पांव से टकराई और उसके बयान थे, ऐ चलने वाले जरा संभल के चल, कभी हम भी इंसान थे। उस खोपड़ी ने जीवन बदल दिता। वो फकीर आखदे बस मन विच आयो, मना तू अज मर के जिंदा होया है।
जे किते बादशाह जिउंदा हुंदा, जिउंदे दे पैर सिर नूं तेरा पैर लग जांदा, इहने मौत दे देनी सी। शुक्र है मरिया, इहदी खोपड़ी कुछ नहीं कह सकदी। इस करके समझ ली तैनूं नवां जीवन मिल गया। बस फकीर ने खोपड़ी चुकी, नाल लैके तुर पिया ते आखदे ओ मना तू भी हुण हंकार ना करी, आ खोपड़ी दा हंकार मैं बड़ा उच्चा, इहने भी ते एक दिन मिट्टी च मिल जाना है, इस खोपड़ी ने भी ते मिट्टी हो ही जाना है, फिर हंकार कादा। कबीर गर्व ना कीजिए देही देख सुरंग, आज काल तज जाओगे ज्यों कंचुरी भुजंग। जिवें सप नहीं अपनी कुंज ला दिंदा, इस देही दा कादा हंकार, इस आत्मा ने भी अपनी कुंज उतारी देनी है, देही नूं ला के तुरी पैना है, फिर देही दा हंकार कादा है, फिर कादा हंकार मेरा नाम मेरा धाम मेरी प्रॉपर्टी। कई बारी कवियां दी जदों कविता पढ़ो ना ते इस तरह लगदा जिवें किन्ने रब दे नेड़े पहुंच गए होणगे, एक कदम दा ही फासला रहा होएगा कि जिन्हां दी कविता दे विच सचमुच एक झलक पैंदी है धर्म दी, एक ज्ञान दी। पाकिस्तानी पंजाबी कवि उहदी कविता पढ़ रहा सा, उस कवि दे गले नूं किसी ने हथ पाया, उरों आदमी बड़ा हंकारी सी, झगड़ालू सी, वो बहाने लभदा सी कि लड़ाई होवे। उन्हें उहदे गले नूं हथ पाया और मारन लग्या, बोल कबोल बोल रहा, तू ये तू वो, तैनूं पता नहीं मैं ये मैं फलां मैं तिमकां। उस कवि ने एक गल कही और कविता के अंदाज दे विच उन्हें एक ऐसी गल कही, उत्थे वो हाथ जोड़ खलो गया, सच है जिंदगी दा है। जदों दे गले नूं हथ पाया, बोल कबोल बोल रहा है कि तेनूं पता नहीं मैं कौन हाँ, मेरा किड्डा नाम है, मेरी किड्डी हैसियत है, मेरी कित्थे तक पहुंच है, तेनूं देख लांगा। ते कवि आखदे देखना क्यों है, ਜਿਹੜੀ ਦੋਵਾਂ ਦੇ ਵਸ ਦੀ ਗੱਲ नहीं, उस गल दे नाल फिर की खेड़ा। लिखण वाले ने जो कुछ लिख छड़िया, ओह तू लेना ओह मैं लेना, सदा पैना ते नीवियां पा टुरना, ना कुछ तू कहना ना कुछ मैं कहना, फिर तेरा ते मेरा रहा की झगड़ा, ना ही तू रहना ना ही मैं रहना। तेरी मेरी लड़ाई किस गल दी, जिस चीज की लड़ाई उस चीज ने भी इत्थे रह जाना है, जिस देही की खातर खो रहे हैं उस देही ने भी इत्थे रह जाना है। सदा पैना ते नीवियां पा टुरना, ना कुछ तू कहना ना कुछ मैं कहना, फिर तेरा ते मेरा रहा की झगड़ा, ना ही तू रहना ना ही मैं रहना। जिदन उन्हें बुला लिया अगले पल का पता नहीं, छड़ के इत्थे तुर पैना, फिर झगड़ा काहदा है, लड़ाई काहदी। दुनिया दे विच 80% लड़ाइयां सिर्फ इस गल दियां ने, जदों कोई चीज वंडी जाती है, किसी को थोड़ी ज्यादा आ जाती है, किसी को थोड़ी घट आ जाती है, लोग लड़ लड़ मर जाते हैं, भरा भरा का कतल कर देंगे ने, बस थोड़ी जी जायदाद वध घट की हो गई। धीआं पुत्र मापिओ नूं मार देंगे ने, सानू हिस्सा जल्दी नहीं मिलना, ये मर जाएंगे, रातों रात जायदाद के मालिक हो जावांगे। भैन भरा लड़ रहे ने, भैणां केस कर रही ने, भरा एक दूजे ते केस कर रहे हैं। 80% लड़ाइयों का कारण यह है, थोड़ा हिस्सा ज्यादा थोड़ा घट, पर जिदन साह निकल जाते हैं सारे हिस्से फेरे जाते हैं। माए बाप पूत हित भ्राता, चाहे मां भावे पिता भावे पुत्र भावे हितू भावे सगा भरा क्यों ना होवे, इस हिस्सेदारियां ने, इस वंड वंडाई ने घर घर कलेश झगड़े खड़े कर दिते, घर घर लड़ाइयां पैदा कर दित्तियां। माए बाप पूत हित भ्राता, उन घर कर मिलियो दुआ, किस ही वाद घाट किस ही पे, सगले लर लर बुआ। किसी को थोड़ा ज्यादा हिस्सा, किसी को थोड़ा घट आ गया, लोग लड़ लड़ मर गए। किस ही वाद घाट किस ही पे, सगले लर लर बुआ, लोग लड़ लड़ मर रहे ने। मैनू ज्यादा हिस्सा मिल गया, मैनू घट मिल गया, इन्नी को गल पूछे। ते गुरु अर्जन देव पातशाह जी ने बड़े कमाल की तशबीह दी, कहन लगे ते लड़ाई इस तरह जिवें मानो कि मैदान दे विच लोग घेरा पा के बैठे होण, वड्डे सारे मैदान दे विच गोल चक्कर दे विच बैठे होण, उन्हां दे सामने रेत दे ढेर होण ते हर बंदा हंकार करे मेरी रेत दी ढेरी वड्डी, दूजा कभी नहीं मेरा रेत दा ढेर तेरे नालों भी वड्डा। ते जदों हवा दा बुल्ला आउंदा है ना,
ਉਦੋਂ ਸਾਰੀ ਸਵਾਹ ਜਿਹੜੀ ਉੱਡ ਪੁੱਡ ਕੇ ਦੂਜੇ ਅੱਗੇ ਲੱਗ ਜਾਂਦੀ ਹੈ। ਇਹ ਸਵਾਹ ਦੀਆਂ ਢੇਰੀਆਂ ਤੋਂ ਜ਼ਿਆਦਾ ਨਹੀਂ। ਲੋਕ ਆਪੋ ਆਪਣੀ ਢੇਰੀ ਲਈ ਬੈਠੇ ਨੇ, ਮੇਰੀ ਸਵਾਹ ਦੀ ਢੇਰੀ ਵੱਡੀ, ਦੂਜਾ ਆਖਦਾ ਨਹੀਂ ਮੇਰੀ ਸਵਾਹ ਦੀ ਢੇਰੀ ਤੇਰੇ ਤੋਂ ਵੀ ਜ਼ਿਆਦਾ ਵੱਡੀ ਹੈ। ਸਵਾਹ ਜਦੋਂ ਹਵਾ ਦਾ ਬੁੱਲਾ ਹੁੰਦਾ ਉਦੋਂ ਸਵਾਹ ਇੱਕ ਅੱਗੋਂ ਉੱਡ ਕੇ ਦੂਜੇ ਦੇ ਅੱਗੇ ਢੇਰ ਲੱਗ ਜਾਂਦਾ ਹੈ। ਜਿਹਦੇ ਕੋਲੋਂ ਖੋ ਖੋ ਕੇ ਇਕੱਠੀ ਕੀਤੀ ਸੀ ਉਹਦੇ ਅੱਗੇ ਲੱਗ ਜਾਂਦਾ ਹੈ। ਇਹ ਧਨ ਸਵਾਹ ਦੀ ਢੇਰੀ ਨਾਲੋਂ ਜ਼ਿਆਦਾ ਨਹੀਂ। ਜਿਨ੍ਹਾਂ ਧੀਆਂ ਪੁੱਤਰਾਂ ਭਰਾਵਾਂ ਦੇ ਕੋਲੋਂ ਖੋ ਖੋ ਕੇ ਇਕੱਠਾ ਕੀਤਾ ਹੁੰਦਾ ਹੈ, ਜਿੱਦਣ ਮੌਤ ਦਾ ਬੁੱਲਾ ਆਉਂਦਾ ਹੈ, ਮੌਤ ਦੀ ਹਵਾ ਚੱਲਦੀ ਹੈ, ਇਹਦੇ ਅੱਗੋਂ ਸਵਾਹ ਦੀ ਢੇਰੀ ਉੱਡ ਕੇ ਫਿਰ ਉਹਨਾਂ ਅੱਗੇ ਲੱਗ ਜਾਂਦੀ ਜਿਨ੍ਹਾਂ ਤੋਂ ਖੋਇਆ ਹੁੰਦਾ ਸੀ, ਜਿਨ੍ਹਾਂ ਤੋਂ ਲੁਕੋ ਕੇ ਰੱਖਿਆ ਹੁੰਦਾ ਸੀ ਬੱਚਿਆਂ ਤੋਂ, ਉਹਨਾਂ ਅੱਗੇ ਵੰਡਿਆ ਜਾਂਦਾ। ਫਿਰ ਸਾਥ ਨਾ ਚੱਲੇ ਬਿਨ ਭਜਨ, ਵਿਖਿਆ ਸਗਲੀ ਛਾਰ। ਛਾਰ ਮੈਨੇ ਸਵਾਹ, ਇਹਨੇ ਨਾਲ ਤੁਰਨਾ ਨਹੀਂ ਹੈ ਤੇ ਸਵਾਹ ਹੈ। ਮੌਤ ਦੀ ਹਵਾ ਚਲਦੀ ਹੈ, ਇਹ ਸਵਾਹ ਦੀ ਢੇਰੀ ਉੱਡ ਜਾਂਦੀ ਹੈ, ਕਿਸੇ ਹੋਰ ਅੱਗੇ ਲੱਗ ਜਾਂਦੀ ਹੈ। ਸਾਥ ਨਾ ਚੱਲੇ ਬਿਨ ਭਜਨ, ਵਿਖਿਆ ਸਗਲੀ ਛਾਰ। ਹਰ ਹਰ ਨਾਮ ਕਮਾਵਣਾ, ਨਾਨਕ ਇਹ ਧਨ ਸਾਰ। ਹਰੀ ਦੇ ਨਾਮ ਨੂੰ ਕਮਾ ਲਈ, ਇਹ ਧਨ ਸ੍ਰੇਸ਼ਟੀ। ਜਿੱਦਣ ਰੱਬ ਦੇ ਗੁਣ ਜ਼ਿੰਦਗੀ 'ਚ ਪੈਦਾ ਹੋ ਜਾਂਦੇ ਨੇ, ਉਹ ਨਾਲ ਨਿਭਦੇ ਨੇ। ਉਹ ਫਿਰ ਇੱਥੇ ਨਹੀਂ ਰਹਿੰਦੇ, ਉਹ ਨਾਲ ਤੁਰਦੇ ਨੇ। ਨਾ ਫਿਰ ਉਹਨਾਂ ਨੂੰ ਭਰਾ ਖੋ ਸਕਣ, ਨਾ ਉਹਨੂੰ ਧੀਆਂ ਪੁੱਤਰ ਖੋ ਸਕਣ। ਬਜ਼ੁਰਗ ਦੀ ਮੌਤ ਹੋਈ, ਉਹਦੇ ਪੁੱਤਰਾਂ ਨੂੰ ਪਤਾ ਚੱਲਿਆ, ਦੌੜੇ ਚਲੇ ਆਏ। ਬੜਾ ਅਮੀਰ ਸੀ ਬਜ਼ੁਰਗ। ਬਾਪੂ ਮਰਿਆ ਤੇ ਪੁੱਤਰ ਇਕੱਠੇ ਹੋ ਗਏ। ਉਹਨਾਂ ਪੁੱਤਰਾਂ ਨੇ ਇਕੱਠਿਆਂ ਹੁੰਦਿਆਂ ਸਾਰੇ ਇੱਕ ਗੱਲ ਕਹੀ ਵੀ ਬਾਪੂ ਦਾ ਸੰਸਕਾਰ ਬਾਅਦ ਚ ਕਰਾਂਗੇ, ਬਾਪੂ ਦੇ ਸਰੀਰ ਦਾ ਇਸ਼ਨਾਨ ਬਾਅਦ ਚ ਹੋਏਗਾ। ਪਹਿਲਾਂ ਇਸ ਗੱਲ ਦਾ ਫੈਸਲਾ ਹੋ ਜਾਏ ਬਾਪੂ ਦੀ ਕਿੰਨੀ ਜ਼ਮੀਨ ਕਿਹਦੇ ਹਿੱਸੇ ਲੱਗਣੀ ਹੈ, ਪਹਿਲਾਂ ਵੰਡ ਵੰਡਈਆ ਹੋ ਜਾਏ। ਪਹਿਲਾਂ ਇਸ ਗੱਲ ਦਾ ਫੈਸਲਾ ਹੋ ਜਾਏ ਕਿ ਬਾਪੂ ਦੀ ਫੈਕਟਰੀ ਕਿਹਦੇ ਨਾਲ ਲੱਗਣੀ ਹੈ ਤੇ ਬਾਪੂ ਦੀ ਕੋਠੀ ਕਿਹਦੇ ਨਾਲ ਲੱਗਣੀ ਹੈ। ਪਹਿਲਾਂ ਇਸ ਗੱਲ ਦਾ ਫੈਸਲਾ ਹੋ ਜਾਏ। ਬਾਪੂ ਦੇ ਇੰਨੇ ਪਲਾਟ ਪਏ ਸਨ, ਕਿਹੜਾ ਕਿਹੜਾ ਪਲਾਟ ਕਿਹਦੇ ਕਿਹਦੇ ਹਿੱਸੇ ਕਿੰਨੇ ਕਿੰਨੇ % ਆਏਗਾ। ਬਜ਼ੁਰਗ ਦਾ ਇੰਨਾ ਬੈਂਕ ਬੈਲੈਂਸ ਸੀ, ਪਹਿਲਾਂ ਇਸ ਗੱਲ ਦਾ ਫੈਸਲਾ ਹੋ ਜਾਏ ਬੈਂਕ ਬੈਲੈਂਸ ਵਿੱਚੋਂ ਸਾਨੂੰ ਕਿੰਨਾ ਕਿੰਨਾ ਹਿੱਸਾ ਮਿਲੇਗਾ। ਲੜ ਪਏ ਪੁੱਤਰ, ਫੈਸਲਾ ਹੋਏਗਾ ਤੇ ਬਾਪੂ ਦਾ ਇਸ਼ਨਾਨ ਕਰਾਵਾਂਗੇ, ਫੈਸਲਾ ਹੋਏਗਾ ਤਾਂ ਸੰਸਕਾਰ ਹੋਏਗਾ, ਤਾਂ ਭੋਗ ਪਏਗਾ। ਪਹਿਲਾਂ ਫੈਸਲਾ ਹੋ ਜਾਏ ਕਿਹੜੀ ਜ਼ਮੀਨ ਕਿਹਦੇ ਹਿੱਸੇ ਆਏਗੀ, ਕਿਹੜਾ ਘਰ ਕਿਹਦੇ ਹਿੱਸੇ ਆਏਗਾ। ਪਰ ਕਦੀ ਸੁਣਿਆ ਕਿ ਕਿਸੇ ਬਜ਼ੁਰਗ ਦੀ ਮੌਤ ਤੇ ਉਹਦੇ ਪੁੱਤਰਾਂ ਦੇ ਵਿੱਚ ਇਸ ਗੱਲ ਦਾ ਝਗੜਾ ਹੋਇਆ ਹੋਵੇ ਕਿ ਬਾਪੂ ਰੋਜ਼ ਗੁਰਦੁਆਰੇ ਜਾਂਦਾ ਸੀ, ਕੀਰਤਨ ਵੀ ਸੁਣਦਾ ਸੀ, ਸੇਵਾ ਵੀ ਕਰਦਾ ਸੀ, ਚਲ ਬਾਪੂ ਦਾ 5 ਸਾਲਾਂ ਦਾ ਕੀਰਤਨ ਤੂੰ ਰੱਖ ਲੈ, ਉਹਦੀ 5 ਸਾਲਾਂ ਦੀ ਸੇਵਾ ਮੈਂ ਰੱਖ ਲੈਣਾ। ਕਦੀ ਹੋਇਆ ਇਸ ਤਰ੍ਹਾਂ? ਬਜ਼ੁਰਗ ਜੀਵਨ ਦੇ ਵਿੱਚ ਸੱਚ ਬੋਲਿਆ, ਮਿੱਠਾ ਬੋਲਿਆ, ਚਲ ਉਹਦੀ ਜ਼ੁਬਾਨ ਦੀ ਮਿਠਾਸ ਮੈਂ ਰੱਖ ਲੈਣਾ, ਬਾਪੂ ਦਾ ਸੱਚ ਤੂੰ ਰੱਖ ਲੈ। ਕਦੀ ਹੋਇਆ? ਨਹੀਂ ਹੋਇਆ। ਬਜ਼ੁਰਗ ਸਾਰੀ ਜ਼ਿੰਦਗੀ ਇਮਾਨਦਾਰੀ ਦੀ ਜ਼ਿੰਦਗੀ ਜਿਉਂਦਾ ਰਿਹਾ। ਬਜ਼ੁਰਗ ਨੇ ਸਾਰੀ ਜ਼ਿੰਦਗੀ ਨਿਮਰਤਾ ਰੱਖੀ, ਚਲ ਬਾਪੂ ਦੀ ਨਿਮਰਤਾ ਮੈਂ ਰੱਖ ਲੈਣਾ, ਬਾਪੂ ਦੀ ਇਮਾਨਦਾਰੀ ਤੂੰ ਰੱਖ ਲੈ। ਹੋਇਆ ਕਦੀ? ਆ ਜਿਹੜੇ ਰੱਬੀ ਗੁਣ ਨੇ ਨਾ, ਇਹ ਧੀਆਂ ਪੁੱਤਰ ਨਹੀਂ ਖੋ ਸਕਦੇ, ਇਹ ਨਾਲ ਨਿਭਣੇ ਨੇ। ਮਰਨ ਤੋਂ ਬਾਅਦ ਵੀ ਲੋਕ ਕਹਿਣਗੇ ਉਹ ਫਲਾਣਾ ਬਜ਼ੁਰਗ ਬੜਾ ਸੱਚਾ ਸੀ, ਇਮਾਨਦਾਰ ਸੀ, ਮਿੱਠ ਬੋਲੜਾ ਸੀ, ਨਿਮਰਤਾ ਵਾਲਾ ਸੀ, ਬਾਣੀ ਪੜ੍ਹਦਾ ਸੀ, ਸੇਵਾ ਕਰਦਾ ਸੀ। ਮਰਨ ਤੋਂ ਬਾਅਦ ਵੀ ਉਹਦੇ ਗੁਣ ਖੋਏ ਨਹੀਂ ਜਾ ਸਕਦੇ। ਇਹੀ ਤੇ ਰੱਬੀ ਗੁਣ ਨੇ। ਸਤ, ਸੰਤੋਖ, ਦਇਆ, ਧਰਮ, ਧੀਰਜ, ਗਿਆਨ, ਵਿਰਾਗ, ਨਿਮਰਤਾ, ਨਿਰਮਾਨਤਾ, ਨਿਸ਼ਕਾਮਤਾ, ਨੇਕ ਨੀਤੀ, ਸੱਚਾਈ, ਇਮਾਨਦਾਰੀ, ਸੇਵਾ, ਸਿਮਰਨ, ਸਾਧ ਸੰਗਤ, ਇਹ ਸਾਰੇ ਇਹੀ ਤੇ ਗੁਣ ਨੇ ਰੱਬ ਦੇ। ਇਸੇ ਨੂੰ ਕਿਹਾ ਸੀ ਗਾਵੋ ਰਾਮ ਕੇ ਗੁਣ ਗੀਤ, ਰਾਮ ਦੇ ਗੁਣਾਂ ਨੂੰ ਗਾ ਤੇ ਕੇਵਲ ਗਾ ਨਾ, ਗੁਣ ਕਹੇ ਗੁਣੀ ਸਮਾਵਣਿਆ। ਇਹਨਾਂ ਗੁਣਾਂ ਨੂੰ ਕਹਿ ਕੇ ਗੁਣਾਂ 'ਚ ਸਮਾ ਜਾ। ਇਹ ਰੱਬ ਦੇ ਨਾਮ ਦੇ ਗੁਣ ਤੇਰੇ ਤੋਂ ਕੋਈ ਦੁਨੀਆ ਦੀ ਤਾਕਤ ਨਹੀਂ ਖੋ ਸਕਦੀ। ਘਰ ਬਾਰ ਖੁੱਸ ਜਾਏਗਾ, ਧੀਆਂ ਪੁੱਤਰ ਖੁੱਸ ਜਾਣਗੇ, ਨਾਮ ਨਹੀਂ ਖੁੱਸੇਗਾ। ਵੈਸਾਖ ਧੀਰਨ ਕਿਉਂ ਵਾਢੀਆ, ਜਿਨ੍ਹਾਂ ਪ੍ਰੇਮ ਵਿਛੋ ਹਰ ਸਾਜਨ ਪੁਰਖ ਵਿਸਾਰ ਕੈ, ਲੱਗੀ ਮਾਇਆ ਧੋ ਪੁੱਤਰ ਕਲਤਰ ਨਾ ਸੰਗ ਧਨਾ। ਇਹ ਧਨ ਵੀ ਖੋਲਿਆ ਜਾਏਗਾ। ਪੁੱਤਰ ਕਲਤਰ ਨਾ ਸੰਗ ਧਨਾ, ਹਰ ਅਬਨਾਸ਼ੀ ਉਹ, ਪਲਚ ਪਲਚ ਸਗਲੀ ਮੁਈ, ਝੂਠੇ ਧੰਦੇ ਮੋਹ। ਇਕਸ ਹਰ ਕੇ ਨਾਮ ਬਿਨ ਅੱਗੇ ਲਈਏ ਖੋ।
नाम तो बिना सारा कुछ ही खो लिया जाएगा, कुछ भी नहीं रहेगा। हाँ, रब दे नाम नूं दुनिया की कोई ताकत नहीं खो सकती, ना धीआं पुत्र ना भैण भरा, वो नहीं खो सकता। बस आ है एक थिर तन, साथ ना चले बिन भजन विख्या सगली छार, हर हर नाम कमावना नानक ए धन सार। आ श्रेष्ठ धन है, इन दुनिया की कोई ताकत नहीं खो सकती। ये स्वाद की ढेरी नहीं जिहड़ा मौत की हवा च उड़ जाए, इत्थे रह, ये नाल निभण वाला है। और सचमुच जिन्हां नाम नाल सांझ पाई, नाम ने उन्हां दी जिंदगी नूं बदलिया। सतगुरु पातशाह जी दे वचन कहण लगे, रब दा प्यारा ਉਹਦੇ ਭਾਣੇ ਵਿੱਚ ਰਹਿੰਦਾ, ਫਿਰ ਉਹਦੇ ਹੁਕਮ ਨੂੰ ਮੰਨ ਕੇ ਸੁਖੀ ਰਹਿੰਦਾ। ਉਹ ਹੰਕਾਰ ਵਿੱਚ ਨਹੀਂ ਆਉਂਦਾ, ਮੇਰਾ ਨਾਮ, ਮੇਰਾ ਧਾਮ, ਮੇਰੀ ਪ੍ਰਾਪਰਟੀ। ਉਹ ਸਦਾ ਨਿਮਰਤਾ ਵਿੱਚ ਰਹਿੰਦਾ ਹੈ। ਮਾਲਕਾ ਸੁੱਖ ਦਿੱਤੇ, ਮੈਂ ਭੋਗਾਂਗਾ, ਤੇਰਾ ਸ਼ੁਕਰ ਵੀ ਕਰਾਂਗਾ। ਜਿਸ ਦਿਨ ਮੰਗੇਗਾ ਤੇਰੀ ਅਮਾਨਤ ਵਾਪਸ ਵੀ ਕਰ ਦਿਆਂਗਾ। ਤੇਰੀ ਅਮਾਨਤ ਹੈ ਨਾ। ਪ੍ਰਭ ਮਨ ਭਾਵੇ ਤਾਂ ਹੁਕਮ ਸਮਾਵੇ। ਜਦੋਂ ਪ੍ਰਭੂ ਮਨ ਨੂੰ ਚੰਗਾ ਲੱਗਣ ਲੱਗ ਜਾਂਦਾ ਹੈ, फिर ਉਹਦਾ ਹੁਕਮ ਵੀ ਚੰਗਾ ਲੱਗਦਾ ਹੈ। ਸੇਵਕ ਉਹਦੇ ਹੁਕਮ ਚ ਸਮਾ ਜਾਂਦਾ ਹੈ। ਹੁਕਮ ਮੰਨ ਸੁਖ ਪਾਇਆ, ਉਹ ਰੱਬ ਦੇ ਹੁਕਮ ਨੂੰ ਮੰਨ ਕੇ ਸੁਖੀ ਹੋ ਜਾਂਦਾ ਹੈ, ਆਤਮਿਕ ਸੁਖ ਪ੍ਰਾਪਤ ਕਰ ਲੈਂਦਾ ਹੈ। ਅਨ ਦਿਨ ਜਪਤ ਰਹਿ ਦਿਨ ਰਾਤੀ, ਸਹਜੇ ਨਾਮ ਧਿਆਇਆ। ਉਹ ਦਿਨ ਰਾਤ ਪ੍ਰਭੂ ਜੀ ਦੀ ਯਾਦ ਵਿੱਚ ਜੁੜਿਆ, ਉਹਦੇ ਨਾਮ ਨੂੰ ਜਪਦਾ ਹੈ। ਸੁਭਾਵਕ ਹੀ ਅਡੋਲਤਾ ਦੇ ਵਿੱਚ ਹੀ ਉਹ ਨਾਮ ਨੂੰ ਧਿਆ ਕੇ ਉਹਦੇ ਚ ਸਮਾ ਜਾਂਦਾ ਹੈ। ਸੁਭਾਵਕ ਹੀ ਨਾਮ ਦੇ ਵਿੱਚ ਲੀਨ ਹੋ ਜਾਂਦਾ ਹੈ। ਨਾਮ ਦੇ ਵਿੱਚ ਲੀਨ ਹੋ ਕੇ ਉਹਨੂੰ ਇੱਕ ਵਡਿਆਈ ਮਿਲਦੀ ਹੈ। ਉਹ ਕਿਹੜੀ? ਅੱਗੋਂ ਨਾਮ ਹੀ ਫਿਰ ਮਿਲ ਜਾਂਦਾ ਹੈ। ਨਾਮੋ ਨਾਮ ਮਿਲੀ ਵਡਿਆਈ। ਉਹਨੂੰ ਇੱਕੋ ਹੀ ਵਡਿਆਈ ਮਿਲਦੀ ਹੈ। ਧਨ ਦੌਲਤ ਵਡਿਆਈ ਨਹੀਂ ਹੈ, ਜ਼ਮੀਨ ਜਾਇਦਾਦ ਵਡਿਆਈ ਨਹੀਂ ਹੈ। ਇਹ ਤੇ ਜ਼ਿੰਦਗੀ ਦੀਆਂ ਸਹੂਲਤਾਂ ਨੇ ਇਸ ਜੀਵਨ ਨੂੰ ਜਿਉਣ ਵਾਸਤੇ। ਆਤਮਿਕ ਆਨੰਦ ਹੈ ਨਾਮ। ਕਹਿਣ ਲੱਗੇ ਉਹ ਨਾਮ ਦਾ ਐਸਾ ਬੀਜ ਪੈਂਦਾ ਹੈ, ਫਿਰ ਉਹ ਪੁੰਗਰ ਕੇ ਹੋਰ ਨਾਮ ਪ੍ਰਗਟ ਕਰ ਦਿੰਦਾ ਹੈ, ਹੋਰ ਜ਼ਿਆਦਾ ਫਲ ਪੈਦਾ ਕਰ ਦਿੰਦਾ ਹੈ, ਹੋਰ ਬੀਜ ਪੈਦਾ ਕਰ ਦਿੰਦਾ ਹੈ। ਕਬੀਰ ਐਸਾ ਬੀਜ ਬੋਏ 12 ਮਾਸ ਫਲੰਤ, ਸ਼ੀਤਲ ਛਾਇਆ ਗਹਿਰ ਫਲ, ਪੰਖੀ ਕੇਲ ਕਰਨ। ਫਿਰ 12 ਮਹੀਨੇ ਹੀ, ਸਾਰਾ ਸਾਲ ਹੀ ਹਰਿਆ ਭਰਿਆ ਰਹਿੰਦਾ ਹੈ। ਫਿਰ ਉਸ ਨਾਮੀ ਦੇ ਕੋਲ, ਨਾਮ ਜਪਣ ਵਾਲੇ ਦੇ ਕੋਲ ਜਿਹੜੇ ਲੋਕ ਆਉਂਦੇ ਨੇ, ਉਹ ਠੰਡੀ ਛਾਂ ਵੀ ਮਾਣਦੇ ਨੇ, ਮਿੱਠੇ ਫਲ ਵੀ ਖਾਂਦੇ ਨੇ, ਪੰਛੀਆਂ ਨੂੰ ਵੀ ਰਹਿਣ ਬਸੇਰਾ ਟਿਕਾਣਾ ਮਿਲ ਜਾਂਦਾ ਹੈ। ਸੀਤਲ ਛਾਇਆ ਗਹਿਰ ਫਲ, ਪੰਖੀ ਕੇਲ ਕਰੰਤ। ਉਸ ਨਾਮ ਜਪਣ ਵਾਲੇ ਦੇ ਕੋਲ ਜਿਹੜਾ ਆਉਂਦਾ ਹੈ, ਉਹ ਸ਼ਾਂਤ ਤੇ ਠੰਡਾ ਤੇ ਸੁਖੀ ਹੋ ਜਾਂਦਾ ਹੈ, ਆਤਮਿਕ ਤੌਰ ਤੇ ਰੱਜ ਜਾਂਦਾ ਹੈ। ਉਹਨੂੰ ਵੀ ਭਟਕਦੇ ਹੋਏ ਨੂੰ ਰਹਿਣ ਬਸੇਰਾ, ਮਨ ਨੂੰ ਟਿਕਾ ਮਿਲ ਜਾਂਦਾ ਹੈ। ਨਾਮੋ ਨਾਮ ਮਿਲੀ ਵਡਿਆਈ। ਇਸ ਨਾਮ ਦੇ ਵਿੱਚੋਂ ਹੀ ਨਾਮ ਹੀ ਨਾਮ ਵਡਿਆਈ ਪ੍ਰਾਪਤ ਹੋ ਗਈ। ਨਾਨਕ ਨਾਮ ਮਨ ਭਾਵੇ। ਇਹ ਨਾਨਕ ਉਹਦੇ ਮਨ ਨੂੰ ਫਿਰ ਨਾਮ ਹੀ ਪਾਉਂਦਾ ਹੈ, ਉਹ ਨਾਮ ਨਾਲ ਹੀ ਜੁੜ ਜਾਂਦਾ ਹੈ। ਪਰ ਉਦੋਂ ਹੋਏਗਾ ਜਦੋਂ ਕਰ ਕਿਰਪਾ ਲਿਹੋ ਮਿਲਾਏ। ਜਦੋਂ ਕਿਰਪਾ ਕਰਕੇ ਤੂੰ ਮਿਲਾ ਲੈਣਾ ਨਾ, ਉਦੋਂ ਮੇਰੇ ਜੀਵਨ ਵਿੱਚ ਨਾਮ ਪ੍ਰਗਟ ਹੋ ਜਾਂਦਾ ਹੈ। ਉਦੋਂ ਨਾਮ ਚੰਗਾ ਲੱਗਦਾ ਹੈ, ਫਿਰ ਨਾਮ ਭਾ ਜਾਂਦਾ ਹੈ। ਔਰ ਯਾਦ ਰੱਖਿਓ, ਜਿਹਨੂੰ ਨਾਮ ਪਾਉਂਦਾ ਹੈ, ਫਿਰ ਨਾਮ ਦੇ ਖਜ਼ਾਨੇ ਦੀ ਕੋਈ ਕੀਮਤ, ਉਸ ਮਹਿਲ ਦੀ ਕੀਮਤ ਕੋਈ ਪਾ ਨਹੀਂ ਸਕਦਾ। ਜਿਹਨੂੰ ਨਾਮ ਪਾ ਜਾਂਦਾ ਹੈ, ਫਿਰ ਉਹ ਆਪਣੇ ਨਾਮ ਨੂੰ ਆਪਣੇ ਹਿਰਦੇ 'ਚ ਸਾਂਭ ਕੇ ਰੱਖਦਾ ਹੈ। ਹੰਕਾਰ ਦੀ ਵਿੱਚ ਆ ਕੇ ਉਹ ਜ਼ਾਹਰ ਨਹੀਂ ਕਰਦਾ ਫਿਰਦਾ, ਉਹ ਨਿਮਰਤਾ ਦੇ ਵਿੱਚ ਆ ਕੇ ਉਸ ਨਾਮ ਦੀ ਗੱਠ ਮਾਰ ਕੇ ਰੱਖਦਾ ਹੈ। ਕਿਉਂਕਿ ਇਸ ਨਾਮ ਦੀ ਕੀਮਤ ਲੋਕ ਨਹੀਂ ਜਾਣਦੇ, ਲੋਕ ਤੇ ਕਾਰ ਕੋਠੀ ਦੀ ਕੀਮਤ ਜਾਣਦੇ ਨੇ। ਦੁਨੀਆ ਨੂੰ ਤੇ ਪਤਾ ਵੀ ਕਿੰਨਾ ਬੈਂਕ ਬੈਲੈਂਸ ਹੈ, ਉਹਦੀ ਕੀਮਤ ਹੈ। ਝੌਂਪੜੀ ਵਿੱਚ ਬੈਠੇ ਰੱਬ ਦਾ ਨਾਮ ਜਪਣ ਵਾਲੇ ਦੀ ਕੀਮਤ ਲੋਕ ਕੀ ਜਾਣਨਗੇ? ਉਹ ਨਹੀਂ ਜਾਣਦੇ। ਇਸ ਕਰਕੇ ਰੱਬ ਦਾ ਪਿਆਰਾ ਉਹਨੂੰ ਸਾਂਭ ਕੇ ਰੱਖਦਾ ਹੈ। ਰਾਮ ਪਦਾਰਥ ਪਾਏ ਗਏ, ਕਬੀਰਾ ਗਾਂਠ ਨਾ ਖੋਲ। ਨਹੀਂ ਪੱਟਣ ਨਹੀਂ ਪਾਰਖੂ, ਨਹੀਂ ਗਾਹਕ ਨਹੀਂ ਮੋਲ। ਤੇਰੇ ਇਸ ਨਾਮ ਦੇ ਖਜ਼ਾਨੇ ਦੀ ਕਿਸੇ ਕੀਮਤ ਨਹੀਂ ਲਾਣੀ। ਨਾ ਹੀ ਕੋਈ ਐਸਾ ਬਾਜ਼ਾਰ ਹੈ ਜਿੱਥੇ ਨਾਮ ਵੇਚ ਸਕੇ। ਤੇ ਜੇ ਬਾਜ਼ਾਰ ਮਿਲ ਜਾਏ ਤੇ ਇਸ ਨਾਮ ਨੂੰ ਪਰਖਣ ਵਾਸਤੇ ਕੋਈ ਪਾਰਖੂ ਨਹੀਂ ਮਿਲੇਗਾ। ਜੇ ਪਾਰਖੂ ਜੋੜੀ ਮਿਲ ਜਾਏ, ਪਰਖ ਲਵੇ ਤੇਰੇ ਇਸ ਨਾਮ ਦੇ ਖਜ਼ਾਨੇ ਨੂੰ, ਤੇ ਖਰੀਦਣ ਵਾਲਾ ਕੋਈ ਗਾਹਕ ਨਹੀਂ ਲੱਭੇਗਾ। ਤੇ ਜੇ ਗਾਹਕ ਵੀ ਮਿਲ ਜਾਏ ਇਸ ਖਰੀਦਣ ਨੂੰ, ਤੇ ਉਹਦੇ ਕੋਲ ਕੀਮਤ ਨਹੀਂ ਹੋਏਗੀ ਦੇਣ ਵਾਸਤੇ। ਕਿਉਂਕਿ ਸਾਈਂ ਨਾਮ ਅਮੋਲ, ਕੀਮ ਨਾ ਕੋਈ ਜਾਣ ਦੋ।
इनू गठ मार के साम के रख, राम पदार्थ पाए गए कबीरा गांठ ना खोल। नहीं पट्टन बाजार कोई नहीं जिथे बेच सके, नहीं पारखू बाजार मिल जाए ते परख किसे नहीं करनी, जे परख हो जाए नहीं गाहक, फिर गाहक खरीदने वाला कोई नहीं मिलेगा, ते जे गाहक मिल जाए नहीं मोल, इहदा मुल नहीं दिता जा सकता। नहीं पट्टन, नहीं पारखू, नहीं गाहक, नहीं मोल। जिस दिन गुरु नानक साहब जी ने भाई लहणा जी नूं गुरता गद्दी दित्ती, गुरु अंगद देव पातशाह बना दिता ते नाल कह दिता भी तुसीं करतारपुर साहब छड्ड के अपने पिंड चले जाओ। गुरु अंगद देव पातशाह खडूर साहब आ गए। वो इस करके कि कल नूं साडे पुत्तर जिहड़े ने श्री चंद लक्ष्मी चंद दे गुद्दी दा झगड़ा ना खड़ा कर लेना, क्योंकि गद्दी कोई जद्दी पुश्ती नहीं है। कार कोठियां जद्दी पुश्ती हो सकदियां ने, पर गुण जद्दी पुश्ती नहीं हुंदे, ज्ञान जद्दी पुश्ती नहीं हुंदा। ज्ञान ते आप ही कमाना पैंदा है। गुरु नानक पातशाह आखदे ने गुरु अंगद देव पातशाह जी नूं कि जमीन जायदाद इन्हां पुत्रां दी हो सकदी है, पर जिहड़े धर्म दे गुण ने वो इन्हां कोल नहीं हो सकदे। वो तुसीं कमाए ने, वो तुहाडे ने, इस करके तुसीं चले जाओ। कल नूं लड़ाई करन गद्दी दा झगड़ा खड़ा करन। गुरु अंगद देव पातशाह खडूर साहब आए, अपने रिश्तेदारी में लगते भूआ जी मां वराई के घर आके ठहर गए कि झगड़े च काहनूं पैणा। कह दिता भूआ जी नूं कि असीं रब्बी याद विच जुड़ांगे, किसी नूं साडे बारे दस्सण दी लोड़ ही नहीं, असीं कित्थे आ। गुरु नानक साहब जी ने प्याना किया। 6 महीने लंघ गए। सिख संगतां उतावलियां हो गईयां कि नवे सतगुरां दे दर्शन नहीं हो रहे, कित्थे ने। इधर उधरों पता किया तो किसी ने कहा भी बाबे बुढ़े नूं पुछ के देखो, बाबे बुढ़े तो गुरु वख नहीं हुंदा। बाबा बुढ़ा जी कोल संगत आई, बाबा बुढ़ा जी ने संगत नूं नाल लिया, खडूर साहब आए, मां विराई दे घर दे दरवाजे सामने पहुंच गए, नाल गुरु नानक दी संगत। दरवाजा खड़काया, माता विराई जी ने दरवाजा खोलिया। जदों दरवाजा खोलिया, खुशी की लहर दौड़ गई, चेहरे ते मुस्कुराहट पैदा हो गई, हाथ जुड़ गए। मेरे किड्डे बड़े भाग, गुरु नानक दी संगत दे दर्शन हो गए। अज बाबा बुढ़ा आया, गुरु नानक दी संगत आई है, मेरे बड़े बड़े भाग, गुरु की संगत दे दर्शन हो गए मैनूं। पर दरवाजे च अड़ के खलोती, किसी नूं अंदर आण नहीं दे रही, ना ही कह रही भी अंदर आओ। दरवाजे च अड़ के खलोती है, हाथ जोड़ के आखदी मेरे बड़े बड़े भाग, गुरु नानक दी संगत दे दर्शन हो गए, हुक्म करो मैं की सेवा करा। बाबा बुढ़ा आखदे ने माता जी सतगुरु पातशाह किथे ने। कहने लगी मैं ते आप उतावलियां, किथे ने सतगुरु पातशाह। बाबा बुढ़ा तुहानूं ते पता ही होना है ना, तुसीं दसो किथे ने सतगुरु पातशाह। मैं भी जाके उन्हां दे दर्शन करा, मैं भी उन्हां दी असीसां लवां। बाबा बुढ़ा हस पे, कहने लगे मां मूंहों भावें तू जो मर्जी कही चल, पर तेरा मत्था दसदा है तेरे कोल कोई कीमती खजाना है। तेरिया अखां दी चमक दसदी है तू कुछ लुकाई बैठी है, कीमती चीज। कदी किसी दी लॉटरी लग जाए ना, 4 दुनियावी टके मिल जान, बंदा वो नहीं अपनी खुशी छुपा सकता। लोग चेहरा देख के दस देंदे ने भी लॉटरी लगी लगदी भी कुछ मिले है तेनू, क्योंकि चेहरा दस देंदे। कोई खुशी नाल दौड़िया आवे, लोग कह देंदे ने कि जरूर खुशी की खबर लैके आए हैं, ते कोई उदास चेहरा बैठा हुए लोग आखते ने तेन दुख की है। कोई झूठ बोलता हुए लोग कह देंगे तेरा मुंह दसदा तू झूठ बोल रहे हैं। चेहरा दस दिंदा है, चेहरे दे हाव भाव दस दिंदे ने। बाबा बुढ़ा आखदे ने मां विराई मुंह भावें तू जो मर्जी कही चल, मैनू सतगुरु दा पता नहीं, पर तेरा मत्था दसदा है, तेरिया अखां दी चमक दसदी है कोई खजाना कोई बैठी है। दस सतगुरु पातशाह किथे ने, तेनू पता है। जिन्हों दुनियावी 4 टके लभ जान वो लुको लुको के रखदा है बैंक विच तिजोरी च, एवें नुमाइश नहीं करदा फिरदा मेरे कोल इन्नी माया। भला माया दी भी कोई नुमाइश करदा है? 4 छिलड़ा मिल जाण वो लोग साम साम के रखते हैं। जिन्हों नाम का खजाना मिल जाए वो एवें दुनिया नूं दिखांदा फिरेगा, वो भी नहीं दिखांदा। राम पदार्थ पाए के कबीरा गांठ ना खोल, सबर अंदर साबरी तन एवं जलेन, होन नजीक खुदाए दे
ਭੇਤ ਨਾ ਕਿਸੇ ਦੇਣ, ਉਹ ਭੇਤ ਨਹੀਂ ਦਿੰਦੇ। ਉਹ ਜਿਹਨੂੰ ਅੰਦਰ ਦਾ ਖਜ਼ਾਨਾ ਮਿਲ ਜਾਏ ਐਵੇਂ ਦੁਨੀਆ ਨੂੰ ਦਿਖਾਏਗਾ। ਲੋਕ ਚਾਰ ਛਿਲੜਾ ਨਹੀਂ ਦਿਖਾਉਂਦੇ, ਹੀਰੇ ਕੌਣ ਦਿਖਾਏਗਾ? ਬਾਬਾ ਬੁੱਢਾ ਆਖਦੇ ਨੇ, ਮਾਂ ਮਰਾਈ ਮੂੰਹ ਜੋ ਮਰਜ਼ੀ ਕਹੀ ਚੱਲ, ਕੁਛ ਹੈ ਤੇਰੀਆਂ ਅੱਖਾਂ, ਤੇਰਾ ਮੱਥਾ, ਤੇਰਾ ਚਿਹਰਾ ਦੱਸਦਾ ਹੈ, ਕੀਮਤੀ ਖਜ਼ਾਨਾ ਤੇਰੇ ਕੋਲ, ਸਤਿਗੁਰੂ ਜ਼ਰੂਰ ਤੇਰੇ ਘਰ ਵਿੱਚ ਹੀ ਨੇ। ਆਖਰ ਮਾਤਾ ਬਰਾਈ ਆਖਦੇ ਨੇ, ਬਾਬਾ ਬੁੱਢਾ ਗੱਲ ਦਰੁਸਤ ਹੈ, ਸਤਿਗੁਰੂ ਮੇਰੇ ਘਰ ਹੀ ਨੇ, ਮੇਰੇ ਬੜੇ ਵੱਡੇ ਭਾਗ ਸਤਿਗੁਰਾਂ ਮੇਰੇ ਘਰ ਚਰਨ ਪਾਏ ਹੋਏ ਨੇ, ਪਰ ਗੁਰਾਂ ਦਾ ਹੁਕਮ ਹੈ ਕਿ ਸਾਡੇ ਦਰਵਾਜ਼ੇ ਨੂੰ ਕੋਈ ਨਾ ਖੜਕਾਏ, ਮੈਂ ਕਿਵੇਂ ਹੁਕਮ ਉਦੂਲੀ ਕਰਾਂ? ਬਾਬਾ ਬੁੱਢਾ ਕਹਿਣ ਲੱਗੇ, ਉਹ ਚਿੰਤਾ ਹੀ ਨਾ ਕਰ, ਅਸੀਂ ਦਰਵਾਜ਼ਾ ਨਹੀਂ ਖੜਕਾਵਾਂਗੇ, ਬਸ ਇੰਨਾ ਦੱਸ ਦੇ ਸਤਿਗੁਰੂ ਕਿਹੜੇ ਕਮਰੇ 'ਚ ਨੇ, ਸਿਰਫ ਇੰਨਾ ਦੱਸ ਦੇ। ਮਾਤਾ ਬਰਾਈ ਨੇ ਸੰਗਤ ਨੂੰ ਜੀ ਆਇਆਂ ਕਿਹਾ, ਸੰਗਤ ਦਾਖਲ ਹੋਈ ਘਰ ਵਿੱਚ, ਵਿਹੜੇ 'ਚ ਇਕੱਠੀ ਹੋਈ ਸੰਗਤ, ਮਾਂ ਬਰਾਈ ਨੇ ਕਹਿ ਦਿੱਤਾ ਵੀ ਇਸ ਕਮਰੇ 'ਚ ਨੇ। ਬਾਬਾ ਬੁੱਢਾ ਕਹਿਣ ਲੱਗੇ ਠੀਕ। ਬਾਬਾ ਬੁੱਢਾ ਜੀ ਸੰਗਤ ਉਸ ਕਮਰੇ ਦੇ ਦਰਵਾਜ਼ੇ ਦੇ ਸਾਹਮਣੇ ਬੈਠ ਗਈ ਤੇ ਬਾਬਾ ਬੁੱਢਾ ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਕੀਰਤਨ ਗਾਣ ਲੱਗ ਗਏ। ਅਜੇ ਸ਼ਬਦ ਸ਼ੁਰੂ ਹੀ ਕੀਤਾ ਸੀ ਕਿ ਦਰਵਾਜ਼ਾ ਖੁੱਲਿਆ, ਗੁਰੂ ਅੰਗਦ ਦੇ ਪਾਤਸ਼ਾਹ ਸੰਗਤ ਦੇ ਵਿਚਕਾਰ ਆ ਕੇ ਬਹਿ ਗਏ। ਸ਼ਬਦ ਦੀ ਸਮਾਪਤੀ ਹੋਈ, ਸੰਗਤਾਂ ਨੇ ਉੱਠ ਕੇ ਸਤਿਗੁਰੂ ਪਾਤਸ਼ਾਹ ਜੀ ਨੂੰ ਨਮਸਕਾਰ ਕੀਤੀ, ਮੱਥਾ ਟੇਕਿਆ, ਵੱਡੇ ਭਾਗ ਸਤਿਗੁਰੂ ਦੀਆਂ ਅਸੀਸਾਂ ਲਈਆਂ ਤੇ ਸੰਗਤ ਨੇ ਸਵਾਲ ਕੀਤਾ ਸੀ, ਸਤਿਗੁਰੂ ਤੁਸਾਂ ਤੇ ਕਿਹਾ ਸੀ ਸਾਡਾ ਦਰਵਾਜ਼ਾ ਕੋਈ ਨਾ ਖੜਕਾਏ, ਫਿਰ ਆਪ ਹੀ ਦਰਵਾਜ਼ਾ ਖੋਲ ਕੇ ਬਾਹਰ ਆ ਕੇ ਬਹਿ ਗਏ। ਸਮਝ ਨਹੀਂ ਲੱਗੀ। ਗੁਰੂ ਅੰਗਦ ਦੇ ਪਾਤਸ਼ਾਹ ਕਹਿਣ ਲੱਗੇ, ਸਾਧ ਸੰਗਤ ਬਾਬਾ ਬੁੱਢਾ ਬੜਾ ਸਿਆਣਾ ਹੈ, ਇਹਨੂੰ ਪਤਾ ਹੈ ਗੁਰੂ ਨੂੰ ਪ੍ਰਗਟ ਕਿਵੇਂ ਕਰੀਦਾ ਹੈ। ਬਾਬੇ ਬੁੱਢੇ ਨੇ ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਕੀਰਤਨ ਆਰੰਭ ਕਰ ਦਿੱਤਾ ਤੇ ਜਿੱਥੇ ਗੁਰੂ ਨਾਨਕ ਦੀ ਬਾਣੀ ਹੋਵੇ ਨਾ, ਉੱਥੇ ਗੁਰੂ ਨਾਨਕ ਆਪ ਹੁੰਦਾ ਹੈ। ਬਾਹਰ ਗੁਰੂ ਨਾਨਕ ਪਾਤਸ਼ਾਹ ਕੀਰਤਨ ਰੂਪ ਚਾਹੇ ਬੈਠੇ ਹੋਣ, ਮੈਂ ਅੰਦਰੋਂ ਕੁੰਡਾ ਲਾ ਕੇ ਬੈਠਾ ਹੋਵਾਂ, ਕੀ ਮੇਰੇ ਗੁਰੂ ਨਾਨਕ ਦੀ ਬੇਦਬੀ ਨਹੀਂ ਹੈ? ਮੈਂ ਆਵਾਜ਼ ਸੁਣੀ, ਬਾਹਰ ਮੇਰਾ ਗੁਰੂ ਨਾਨਕ ਆਇਆ ਹੈ, ਮੈਂ ਉਸੇ ਵਕਤ ਦਰਵਾਜ਼ਾ ਖੋਲ ਕੇ ਬਾਹਰ ਆ ਕੇ ਬਹਿ ਗਿਆ। ਬਾਬੇ ਬੁੱਢੇ ਨੂੰ ਪਤਾ ਹੈ ਗੁਰੂ ਨੂੰ ਪ੍ਰਗਟ ਕਰਨਾ ਹੋਵੇ ਤੇ ਬਾਣੀ ਨਾਲ ਜੁੜਨਾ ਪੈਂਦਾ ਹੈ। ਜਿੱਥੇ ਗੁਰਬਾਣੀ ਹੈ, ਜਿੱਥੇ ਪਾਠ ਹੈ, ਜਿੱਥੇ ਕੀਰਤਨ ਹੈ, ਜਿੱਥੇ ਸਿੱਖ ਪ੍ਰੇਮ ਵਿੱਚ ਭਿੱਜ ਕੇ ਗੁਰਬਾਣੀ ਦਾ ਪਾਠ ਕਰਦਾ ਹੈ, ਪ੍ਰੇਮ ਵਿੱਚ ਭਿੱਜ ਕੇ ਕੀਰਤਨ ਗਾਉਂਦਾ ਹੈ, ਕੀਰਤਨ ਨਾਲ ਜੁੜਦਾ ਹੈ, ਉੱਥੇ ਗੁਰੂ ਨਾਨਕ ਆਪ ਹਾਜ਼ਰ ਹੁੰਦੇ ਨੇ। ਕਿਉਂਕਿ ਬਾਣੀ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੈ ਸੇਵਕ ਜਨ ਮੰਨੈ, ਪ੍ਰਤੱਖ ਗੁਰੂ ਨਿਸਤਾਰੇ। ਇਹ ਬਾਣੀ ਪ੍ਰਤੱਖ ਗੁਰੂ ਹੈ ਕਿ ਜਿਹਨੇ ਗੁਰੂ ਨੂੰ ਪ੍ਰਗਟ ਕਰਨਾ, ਉਹਨੂੰ ਬਾਣੀ ਨਾਲ ਜੁੜਨਾ ਪੈਣਾ। ਬਾਬੇ ਬੁੱਢੇ ਨੂੰ ਪਤਾ ਹੈ ਗੁਰੂ ਨੂੰ ਕਿਵੇਂ ਪ੍ਰਗਟ ਕਰੀਦਾ ਹੈ। ਸਾਡੇ ਜੀਵਨ 'ਚ ਦੇਖੋ, ਘਰੇ ਅਖੰਡ ਪਾਠ ਸਾਹਿਬ ਰੱਖਿਆ ਹੁੰਦਾ ਤੇ 3 ਦਿਨ ਅਸੀਂ ਮੂੰਹ ਨਹੀਂ ਕਰਦੇ, ਕਿਉਂਕਿ ਮੰਤਰੀ ਸੰਤਰੀ ਆਏ ਗਏ ਦੀ ਸੇਵਾ ਦੇ ਵਿੱਚ ਇੰਨੇ ਲਿਪਤ ਹੋ ਜਾਂਦੇ ਆ, ਸਾਨੂੰ ਇਹ ਵੀ ਨਹੀਂ ਖਿਆਲ ਹੁੰਦਾ ਕਿ 3 ਲੋਕਾਂ ਦਾ ਪਾਤਸ਼ਾਹ ਵੀ ਘਰ ਆਇਆ ਬੈਠਾ ਹੈ। ਉਹ 3 ਦਿਨ ਭਾਈ ਸਾਹਿਬ ਪਾਠੀ ਸਿੰਘ ਇਕੱਲੇ ਹੀ ਪਾਠ ਕਰੀ ਜਾਂਦੇ ਨੇ। ਜਿਹੜਾ ਘਰ ਦਾ ਮੁਖੀ ਸਤਿਗੁਰੂ ਜੀ ਨੂੰ ਘਰ ਬੁਲਾ ਕੇ ਲਿਆਂਦਾ ਹੁੰਦਾ ਹੈ, ਉਹ 3 ਦਿਨ ਸਤਿਗੁਰੂ ਨੂੰ ਮੂੰਹ ਨਹੀਂ ਦਿਖਾਉਂਦਾ। ਉਹ ਤੇ ਮੰਤਰੀਆਂ ਸੰਤਰੀਆਂ ਦੇ ਪਿੱਛੇ ਤੁਰਿਆ ਫਿਰਦਾ ਹੁੰਦਾ, ਉਹਨਾਂ ਦੀ ਸੇਵਾ ਕਰ ਰਿਹਾ। ਉਹ ਭਗਤ ਕਿਤੇ ਢੋਲ ਵੱਜ ਰਹੇ ਨੇ, ਕਿਤੇ ਢਮੱਕੇ ਵੱਜ ਰਹੇ ਨੇ, ਕਿਤੇ ਨਾਚ ਗਾਣੇ ਚੱਲ ਰਹੇ, ਕਿਤੇ ਗੀਤ ਸੰਗੀਤ। ਕੀ ਜੀ ਅਸੀਂ ਬੱਚੇ ਦਾ ਜਨਮ ਦਿਨ ਮਨਾ ਰਹੇ ਹਾਂ। ਤੀਜੇ ਦਿਨ ਕੀ ਹੁੰਦਾ? ਤੀਜੇ ਦਿਨ ਜਦੋਂ ਪਾਠ ਦਾ ਭੋਗ ਪੈਂਦਾ ਹੈ, ਫਿਰ ਬੱਚੇ ਦੇ ਮੂੰਹ ਨੂੰ ਕੜਾਹ ਪ੍ਰਸ਼ਾਦ ਦੀ ਦੇਗ ਲਾਈ ਜਾਂਦੀ ਹੈ, ਨਾਲ ਜਕਾਰਾ ਬੋਲੇ ਸੋਨਿਹਾਲ। ਸਤਿਗੁਰੂ ਜੀ ਦਾ ਸਰੂਪ ਘਰੋਂ ਬਾਹਰ ਆਇਆ, ਗੁਰਦੁਆਰਾ ਸਾਹਿਬ ਨੂੰ ਤੁਰਿਆ, ਅਜੇ ਸਤਿਗੁਰੂ ਦਾ ਸਰੂਪ ਘਰੋਂ ਬਾਹਰ ਆਇਆ ਹੀ ਹੁੰਦਾ ਹੈ। ਫਿਰ ਬੋਤਲਾਂ ਦੇ ਢੱਕਣ ਖੁੱਲ ਜਾਂਦੇ ਨੇ, ਫਿਰ ਬੱਚੇ ਨੂੰ ਬੋਤਲ ਮੂੰਹ ਲਵਾ ਕੇ ਫਿਰ ਜਕਾਰਾ ਬੋਲੇ ਸੋਨਿਹਾਲ। ਹੁਣ ਕੀ ਹੋ ਗਿਆ ਜੀ? ਹੁਣ ਸਤਿਗੁਰੂ ਆਪਣੇ ਘਰ ਚਲੇ ਗਏ ਨੇ ਨਾ। ਯਾਦ ਰੱਖਿਓ, ਗੁਰੂ ਘਰ ਆ ਕੇ ਵਾਪਸ ਨਹੀਂ ਜਾਂਦਾ। ਸਿੱਖਾ ਸਵੇਰੇ ਸ਼ਾਮ ਨਿਤਨੇਮ ਦਾ ਪਾਠ ਕਰੀ, ਜਪਜੀ ਸਾਹਿਬ ਪੜ੍ਹਨੀ, ਰਹਿਰਾ ਸਾਹਿਬ ਪੜ੍ਹਨੀ, ਸੁਖਮਨੀ ਸਾਹਿਬ ਦਾ ਪਾਠ ਕਰ ਲਈ। ਜਿੰਨਾ ਚਿਰ ਤੇਰੇ ਘਰ ਗੁਰਬਾਣੀ ਹੋਏਗੀ, ਗੁਰੂ ਤੇਰੇ ਘਰ ਹੀ ਰਹੇਗਾ। ਇਹ ਨਾ ਸੋਚੀ ਸਤਿਗੁਰੂ ਹੁਣ ਗੁਰਦੁਆਰੇ ਵਾਪਸ ਚਲੇ ਗਏ ਨੇ। ਹਾਂ, ਜਿੱਦਣ ਤੂੰ ਬਾਣੀ ਪੜ੍ਹਨੀ ਛੱਡ ਜਾਏਗਾ, ਗੁਰੂ ਤੇਰਾ ਘਰ ਛੱਡ ਜਾਏਗਾ। ਤੇ ਜਿੱਥੇ ਗੁਰੂ ਘਰ ਛੱਡ ਜਾਂਦਾ ਹੈ ਨਾ, ਕਬੀਰ ਜਹ ਸਾਧੂ, ਜਿੱਥੇ ਗੁਰੂ ਨਾ ਹੋਵੇ, ਸਾਧੂ ਨਾ ਹੋਵੇ, ਜਿੱਥੇ ਸਾਧ ਸੰਗਤ ਨਾ ਹੋਵੇ, ਜਿੱਥੇ ਕੀਰਤਨ ਨਾ ਹੋਵੇ, ਉੱਥੇ ਫਿਰ ਸਾਰੇ ਦੁੱਖ, ਸਾਰੇ ਰੋਗ, ਸਾਰੇ ਵਿਕਾਰ ਆ ਜਾਂਦੇ ਨੇ।
कबीर जय कर साधना सेवी है, हर की सेवा नाहे, ते कर मरट सारखे, पूत बसै तिन माहे। फिर वो घर शमशान हो जाते हैं, घर विच वसन वाले जीव तुरे फिरदे भूत प्रेत होंदे ने। ये ना सोची गुरु घर आया ते हुण गुरुद्वारे वापस चला गया। जिस दिन तू बाणी पढ़नी घर विच छड़ जाना है, जिस दिन तू नितनेम करना छड़ जाना है, उदों गुरु घर छड़ जाता है। जदों गुरु घरों चले जाता है, उदों सारे दुख रोग डेरा ला लैंदे ने। पर जिस दिन गुरबाणी घर विच आ जाती है, उस दिन दुख रोग सारे अग विच सड़ के खत्म हो जाते हैं। नस वंजो किल विखो, ए पापो किल विखो, दौड़ जाओ। क्यों? कहने लगे जिन्हें घर बनाया ना, घर का मालक आ रहा घर। हुण वो कहता मैं किराएदारां नूं कढ दिओ, असीं वसना। करता मैंने बनाने वाला मालिक, मालिक घर आ रहे, इस करके हुण घर खाली कर दिओ। दूत मन्ने नहीं, कहने लगे देखी जाएगी मालक आ जाए। जिस दिन करता आया ना, उहदे चेहरे दा जलाल ही एडा सी कि सारे पाप विकार सड़ के सुवाह हो गए। नस वंजो किल विखो, करता घर आया, दूते दहन भया, गोबिंद प्रगटाया। जिस दिन गोबिंद घर का मालक घर च आ गया, ये दूत दहन मैंने सड़ के सुवाह हो गए। पाप रहे नहीं घर विच, दुख रोग क्लेश रहे नहीं। सिखा जो गुरु घर विच हुंदा है, जो बाणी घर विच हुंदी, उदों गुरु घर विच हुंदा है। जिथे गुरु होवे उथे आनंद पिया मेरी माए, सतगुरु मैं पाया। सतगुरु पातशाह जी दे, गुरु रामदास साहिब पातशाह जी दे अज दे ये इलाही बचन, नामो नाम मिली वडियाई, नानक नाम मन पावई। हे नानक, नाम ही नाम वडियाई दे विच प्राप्त हो गया। नाम ही मन नूं चंगा लग पिया, कर किरपा लिहो मिलाए, महल हर पावई जियो। हे प्रभु, जिन्हों तुसी किरपा करके अपने च मिला लैंदे हो, वो हरि दे महल दे विच थां प्राप्त कर लैंदा है। नानक बद्धा कर तहां, जिथे मिरत न जन्म जरा। लाए चित कर चाकरी, मन नाम कर कम। जां असीं जदों पढ़दे हां, सुन सासत सुदागरी, सत घोड़े लै चल, खर्च बन चंगियाइयां, मत मन जाने कल, निरंकार कै देश जाए, तां सुख लहै महल। उन्हां महलां दे विच वासा हो जांदा है। गुर ते महल प्राप्ते, जिस लिखिया होवे मत। सतगुरु किरपा करन, समूह नूं नाम दी दात, गुरु सिੱਖੀ वाला जीवन देण, होईयां भुल्लां खेमा करनियां। फतेह बुलाओ जी। वाहिगुरू जी का खालसा, वाहिगुरू जी की फतेह।